सर जी। ਇਹ ਨੇ ਗਗਨਪ੍ਰੀਤ ਕੌਰ 33 ਸਾਲ ਦੇ ਜਿਨ੍ਹਾਂ ਨੇ ਸ਼ਾਦੀ ਕਰਾਈ 2019 ਵਿੱਚ। ਤੁਸੀਂ ਕਿਹੜੇ ਸ਼ਹਿਰ ਵਿੱਚ ਆਏ ਆ ਆਪਣੇ ਗਗਨ? कनाडा विच मैं मॉन्ट्रियल च रह रही हूँ सर। ਮੌਂਟਰੀਅਲ ਵਿੱਚ ਰਹਿ ਰਹੇ ਹੋ। मैं मॉन्ट्रियल क्वेबेक। हाँ जी, जरूर आर्गूमेंट जरूर होया सी साडा दोनों दा। ਆਈ ਸੀ। ਸੋ ਤੁਸੀਂ ਆਸ ਵਿੱਚ ਹੀ ਵਾਦੇ ਹੈਪੀ ਨਹੀਂ ਸੀ ਮੈਰਿਜ ਲਾਈਫ ਤੋਂ? सर हैप्पी भी सी, नॉट रियली भी हैप्पी नहीं सी। ਤੁਸੀਂ ਉਹਨੂੰ ਖਾਣਾ ਦਿੰਦੇ ਸੀਗੇ, ਉਹਨਾਂ ਨੇ ਕੱਪੜੇ ਪ੍ਰੈਸ ਕਰ ਰਹੇ ਸੀਗੇ, ਉਹਨਾਂ ਨੂੰ ਰੈਸਪੈਕਟ ਦਿੰਦੇ ਸੀ ਹਸਬੈਂਡ ਵਾਲੀ? सर खाना जी सर एवरीथिंग आई वाज डूइंग, जिन्ना सर मैं कर सकती सी मैं सब कुछ कर रही सी ਉਹਨਾਂ ਲਈ। सर खाना ਉਹਨਾਂ ਨੂੰ ਰੋਜ਼ ਸਵੇਰੇ ਮਾਰਨਿੰਗ ਉਹਨਾਂ ਦੀ ਸ਼ਿਫਟ ਹੈਗੀ ਸੀ ਸਾਡੀ, ਸੋ ਮਾਰਨਿੰਗ ਮੈਂ ਉਹਨਾਂ ਨੂੰ ਖਾਣਾ ਬਣਾ ਕੇ ਰੈਡੀ ਕਰਕੇ ਉਹਨਾਂ ਦੇ ਟਿਫਿਨ। ਪਵਨ सर मैं कुछ कहना चाहूँ। हाँ प्लीज गो अहेड। सर इस तरह है कि देखो मैरिज तो बाद साडी फैमिली दी मैंबर ईवन कि अगर साडे ते कोई दोष लगाने मैं प्रूफ दे सकदा कि ਅਸੀਂ निर्दोष हाँ, ठीक है। और रही गल घरों छड्ड के जाण दी, गगन ने 26, 27, 28, 29 मार्च लगातार ਉਹਨੂੰ फोर्स ਕੀਤਾ ਦਲਵੀਰ ਨੂੰ। जिस परिवार में तुसी शादी कराई है, ये परिवार वेरी वेल नोन है इलाके दा, you know very well, यस सर। you should know about this family। जे मैं स्टोरी ਨੂੰ कवर ਕੀਤਾ, मैं फाइंड आउट ਕੀਤਾ। सो तुसी अपॉलॉजी ਕਰਨ ਨੂੰ ਤਿਆਰ ਹੋ ਆਪਣੇ in-laws ਤੋਂ or no? सर जिस जगह मेरी गलती होगी मैं उत्थे का बिल्कुल एक्सेप्ट कर ਗਗਨ लांगी। ਗਗਨ ਜ਼ਿੰਦਗੀ ਦੇ ਵਿੱਚ ਕਦੇ ਮੰਨੀ ਦੀਆਂ ਵੀ ਹੁੰਦੀਆਂ ਤੇ ਕਦੇ ਮਨਾਈ ਦੀਆਂ ਵੀ ਆ। ਜਿੱਥੇ ਸਟੋਰੀ ਨੂੰ ਲੈ ਕੇ ਹਾਜ਼ਰ ਹੋ ਚੁੱਕੇ ਆ ਗਗਨਦੀਪ ਕੌਰ ਲਾਈਨ ਤੇ। ਗਗਨਦੀਪ ਵੈਲਕਮ ਟੂ ਸ਼ੋ। ਗਗਨਦੀਪ ਤੁਸੀਂ ਲਾਈਨ ਤੇ ਹੋ? जी सर। ਕਿੰਨੀ ਉਮਰ ਤੁਹਾਡੀ ਗਗਨ? सो आई एम 33 years old। 33 ਸਾਲ ਦੇ ਹੋ। ਬੌਰਨ ਕਿੱਥੇ ਹੋਏ? ਤੁਹਾਡਾ ਜ਼ਿਲ੍ਹਾ ਕਿਹੜਾ ਹੈ? सर अमृतसर पंजाब। ਕੈਨੇਡਾ ਵਿੱਚ ਕਦੋਂ ਆਏ, ਕਿਵੇਂ ਆਏ? सर मैं 2019 में आई सी एंड एज अ परमानेंट रेजिडेंट आई सी। ਕਿਹੜੇ ਬੇਸ ਤੇ ਆਏ ਸੀਗੇ? सर अंडर स्किल वर्कर प्रोग्राम। ਆਪਣੇ ਸਪੋਜ਼ ਨੂੰ ਨਾਲ ਲੈ ਕੇ ਆਏ ਸੀ ਹਸਬੈਂਡ ਨੂੰ? नो सर मेरी उस टाइम मैं अनमैरिड सी ਓਕੇ। एंड वापस मैं इंडिया गई उस टाइम सेम ईयर। सर मेरी मैरिज हुई थी जुलाई में एंड उसको मैरिज करवा के वापस कनाडा आ गई थी। ਕਿਹੜੇ ਸਾਲ ਜੁਲਾਈ ਚ, ਮਤਲਬ 20 ਵਿੱਚ ਤੁਹਾਡੀ ਸ਼ਾਦੀ ਹੋਈ? सर नो सर जुलाई 2019। 2019 ਤੁਸੀਂ ਕੈਨੇਡਾ ਆਏ ਹੋ? जी सर। ਵਿਆਹ ਕਰਾ ਕੇ ਆਏ ਸੀ? नहीं सर ब्याह करवा के नहीं आई थी, उस टाइम मैं अनमैरिड थी। ब्याह करवाने लिए सर मैं वापस इंडिया गई थी। ਓਕੇ। 2019 ਵਿੱਚ ਕਦੋਂ ਆਏ, ਕਿਹੜੇ ਮਹੀਨੇ ਆਏ ਤੁਸੀਂ? सर मार्च 2019। ਮਾਰਚ ਚ ਆਏ ਆ ਤੇ ਫਿਰ ਤੁਸੀਂ ਦੁਬਾਰਾ ਜੁਲਾਈ ਵਿੱਚ ਵਿਆਹ ਕਰਾਉਣ ਗਏ ਹੋ? सर मैं मई विच गई थी एंड जुलाई च मेरी मैरिज हुई है। ਮਾਰਚ ਚ ਆਏ ਆ, ਮਈ ਵਿੱਚ ਚਲੇ ਗਏ ਆ, जी सर। ਜੁਲਾਈ ਵਿੱਚ ਸ਼ਾਦੀ ਹੋਈ ਆ। जी सर। ਕਿੰਨਾ ਸਮਾਂ ਸ਼ਾਦੀ ਕਰਾ ਕੇ ਰਹੇ ਹੋ? सर मैरिज तो बाद मैं 2 months रही सी अपने इन-लॉज दे नाल एंड सितंबर 2019 च मैं वापस कनाडा आ गई सी क्योंकि मेरे को उस टाइम पीआर कार्ड नहीं है, इसलिए मैं वापस आ गई सी कनाडा। वापस ਤੁਹਾਡੀ आके ਇਸ मैं अपना PR ਸਟੋਰੀ ਨੂੰ लिया। ਪ੍ਰੋਸੀਡ ਕਰਨ ਲਈ ਮੈਂ ਕੰਸੈਂਟ ਲੈਣਾ ਚਾਹਾਂਗਾ ਟੈਲੀਕਾਸਟ ਬ੍ਰੌਡਕਾਸਟ ਕਰਨ ਲਈ। ਸੇ ਜੈਸ অর ਨੋ ਪਲੀਜ਼। ਤੁਸੀਂ ਮੈਨੂੰ ਆਗਿਆ ਦਿਓ ਗਗਨਪ੍ਰੀਤ ਨੂੰ ਟੈਲੀਕਾਸਟ ਕਰਨ ਲਈ ਪਲੀਜ਼। जी सर। ਜੀ। ਇਹ ਨੇ ਗਗਨਪ੍ਰੀਤ ਕੌਰ 33 ਸਾਲ ਦੇ ਜਿਨ੍ਹਾਂ ਨੇ ਸ਼ਾਦੀ ਕਰਾਈ 2019 ਵਿੱਚ। ਤੁਸੀਂ ਕਿਹੜੇ ਸ਼ਹਿਰ ਵਿੱਚ ਆਏ ਆ ਆਪਣੇ ਗਗਨ? कनाडा विच मैं मॉन्ट्रियल च रह रही हूँ सर। ਮੌਂਟਰੀਅਲ ਵਿੱਚ ਰਹਿ ਰਹੇ ਹੋ। मैं मॉन्ट्रियल क्वेबेक। हाँ जी। ਤੁਹਾਡੇ ਹਸਬੈਂਡ ਕਦੋਂ ਆਏ ਕੈਨੇਡਾ ਵਿੱਚ? सर मेरे हस्बैंड लास्ट ईयर आए ने जनवरी 2021 विच। ਜਨਵਰੀ 2021 ਦੇ ਵਿੱਚ। यस सर। ਤੁਹਾਡੇ ਹਸਬੈਂਡ ਦਾ ਨਾਮ ਕੀ ਹੈ? सर उन्हों का नाम दलवीर कटारिया। ਦਲਵੀਰ। कटारिया। ਕਿੰਨੀ ਉਮਰ ਹੈ ਉਹਨਾਂ ਦੀ? सर 33। ਤੁਹਾਡੀ नो सर 34 हो गए ने हुन वैसे। ਤੁਸੀਂ ਸ਼ਾਦੀ ਕਰਾਈ ਲਵ ਮੈਰਿਜ ਜਾਂ ਅਰੇਂਜ ਕਰਾਈ? सर कंप्लीटली अरेंज मैरिज हैगी सी। सर न्यूज़पेपर च इन्होंने एडवर्टाइजमेंट दी सी मेरे हस्बैंड ने एंड असी इन्हां नूं कांटेक्ट कीता सी।
ਤੁਹਾਡੇ ਹਸਬੰਡ ਦਾ ਕਿਹੜਾ ਪਿੰਡ ਸ਼ਹਿਰ ਹੈ? ਸਰ ਇਹਨਾਂ ਦਾ ਪਿੰਡ ਹੈਗਾ ਮਦਾਰਾ, ਜਲੰਧਰ ਵਿੱਚ ਹੈਗਾ ਸਰ। ਮਦਾਰਾ ਪਿੰਡ? ਜੀ ਸਰ, ਮਦਾਰ ਜਲੰਧਰ। ਮਦਾਰਾ ਪਿੰਡ ਜੰਡੂ ਸਿੰਘ ਦੇ ਕੋਲ? ਜੰਡੂ ਸਿੰਘ ਦੇ ਕੋਲ ਮਦਾਰਾ ਉਹੀ ਹੈ ਨਾ? ਜੀ ਸਰ। ਸੋ ਤੁਸੀਂ 2 ਮਹੀਨੇ ਰਹੇ ਆਪਣੇ ਸਾਰੇ ਪਰਿਵਾਰ ਕੋਲ? जी सर, मैं सिर्फ 2 मंथ्स रही थी एंड 2 मंथ्स बाद मैं वापस कैनेडा आ गई थी। फिर मैं अपने हस्बैंड ਨੂੰ स्पॉन्सर ਕੀਤਾ। ਇਹਨਾਂ ਨੇ ਸਰ ਮੈਨੂੰ ਕੰਪਲੀਟਲੀ ਜਿਹੜੀ ਆਪਣੀ ਫਾਈਲ ਹੈਗੀ ਸੀ ਬਣਾ ਕੇ ਇਹਨਾਂ ਨੇ ਮੈਨੂੰ ਪੇਪਰਸ ਸੈਂਡ ਕਰ ਦਿੱਤੇ ਸੀ ਐਂਡ ਅੱਗੇ ਮੈਂ ਆਪਣੇ ਸਿਗਨੇਚਰਸ ਕਰਕੇ ਫਾਰਵਰਡ ਕਰ ਦਿੱਤੀ ਸੀ ਫਾਈਲ। ਓਕੇ, ਤੁਸੀਂ ਹੁਣ ਪੀਆਰ ਹੋ ਦੋਨੋਂ ਜਾਣੇ? ਜੀ ਸਰ, ਦੋਨੋਂ ਪੀਆਰ ਹੈਗੇ। ਓਕੇ, ਤੁਹਾਡੇ ਕੋਲ ਬੱਚਾ ਵੀ ਕੋਈ? नो सर। ਤੁਸੀਂ ਸੈਟੀਸਫਾਈਡ ਸੀਗੇ ਆਪਣੀ ਸ਼ਾਦੀ ਤੋਂ? सर आई वाज सैटिस्फाइड। मैं तो घर बसाने वास्ते ही सर मैरिज के बाद करवाई थी। ਤੁਸੀਂ ਸ਼ਾਦੀ ਤੁਹਾਡੀ ਦੋਨਾਂ ਦੀ ਪਹਿਲੀ ਸ਼ਾਦੀ ਹੈ? जी सर, फर्स्ट मैरिज है साडी। ਸੋ ਤੁਹਾਡੇ ਹਸਬੰਡ ਜਿਹੜੇ ਜਨਵਰੀ ਵਿੱਚ ਆਉਂਦੇ ਆ ਇਸ ਸਾਲ ਦੇ ਵਿੱਚ? नहीं सर, लास्ट ईयर। ਲਾਸਟ ਈਅਰ ਵੀ? ਓਕੇ, 21 ਵਿੱਚ। ਹੁਣ ਕਿੱਥੇ ਨੇ ਹਸਬੰਡ ਤੁਹਾਡੇ? ਸਰ ਹੁਣ ਮੈਨੂੰ ਪਤਾ ਨਹੀਂ ਕਿੱਥੇ ਹੈਗੇ, ਬਟ ਲਾਸਟ ਟਾਈਮ ਜਦੋਂ ਗੱਲ ਹੋਈ ਸੀ ਉਹਨਾਂ ਨੇ ਖੁਦ ਦਾ ਨਹੀਂ ਇਦਾਂ ਕਿਹਾ, ਬਟ ਪਤਾ ਲੱਗਿਆ ਹੈ ਕਿ ਉਹ ਵਿਨੀਪੈਗ ਹੈਗੇ ਨੇ। ਤੁਹਾਡੇ ਹਸਬੰਡ ਜਦੋਂ ਆਏ ਆ ਤੁਸੀਂ 에어ਪੋਰਟ ਤੇ ਪੈਕ ਕੀਤਾ ਉਹਨਾਂ ਨੂੰ? ਜੀ ਸਰ, ਮੈਂ ਪਿਕ ਕਰਨ ਗਈ ਸੀ। ਕਿੰਨਾ ਸਮਾਂ ਤੁਹਾਡੇ ਨਾਲ ਰਹੇ ਇੱਥੇ ਆਣ ਕੇ? ਸਰ ਇਹ ਜਨਵਰੀ 16 ਲੈਂਡ ਕਰ ਗਏ ਸੀ ਐਂਡ 29 ਮਾਰਚ ਨੂੰ ਸਰ ਇਹ ਚਲੇ ਗਏ ਇੱਥੋਂ, ਮੇਰੀ ਐਬਸੈਂਸ ਦੇ ਵਿੱਚ ਗਏ ਨੇ। ਤੁਸੀਂ ਉਸ ਵੇਲੇ ਘਰ ਨਹੀਂ ਸੀ ਤਾਂ 29 ਮਾਰਚ ਨੂੰ ਘਰੋਂ ਚਲੇ ਗਏ? ਜੀ ਸਰ, ਮੈਂ ਕੰਮ ਤੇ ਸੀ ਐਂਡ ਮੈਨੂੰ ਕਹਿ ਕੇ ਗਏ ਨੇ ਕਿ ਮੈਂ ਕੰਮ ਤੇ ਜਾ ਰਿਹਾ ਹੈਗਾ। ਕੰਮ ਤੇ ਗਏ ਨੇ, ਮੈਂ ਵੀ ਸਰ ਕੰਮ ਤੇ ਗਈ ਸੀ ਐਂਡ ਵਾਪਸ ਜਦੋਂ ਮੈਂ ਸ਼ਾਮ ਨੂੰ ਵਾਪਸ ਘਰ ਆਈ ਹਾਂ ਤਾਂ ਸਰ ਇਹ ਘਰ ਨਹੀਂ ਹੈਗੇ ਸੀ, ਆਪਣਾ ਸਮਾਨ ਲੈ ਕੇ ਚਲੇ ਗਏ। ਤੁਹਾਨੂੰ ਪਤਾ ਲੱਗ ਗਿਆ ਸੀਗਾ? ਤੁਹਾਨੂੰ ਕੋਈ ਇੰਟੂਇਸ਼ਨ ਸੀਗੀ ਕਿ ਮੇਰਾ ਹਸਬੰਡ ਮੈਨੂੰ ਛੱਡ ਸਕਦਾ? ਕੋਈ ਲੜਾਈ ਝਗੜਾ ਸੀ ਤੁਹਾਡੇ ਆਪਸ ਵਿੱਚ? ਨਾਟ ਐਟ ਆਲ, ਨੋ ਸਰ। ਤੁਹਾਨੂੰ ਕੋਈ ਬਿਲਕੁਲ ਪੈਨਿਕ ਨਹੀਂ ਸੀਗੀ? ਨੋ ਸਰ, ਬਿਲਕੁਲ ਵੀ ਨਹੀਂ। ਤੁਸੀਂ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ? ਨੋ ਸਰ। ਤੁਹਾਡੇ ਫਿਜ਼ੀਕਲ ਰਿਲੇਸ਼ਨ ਸੀਗੇ ਆਪਸ ਵਿੱਚ? ਯੈਸ ਸਰ। ਤੁਸੀਂ ਯੂ ਸੈਟੀਸਫਾਈਡ ਬੋਥ ਈਚ ਅਦਰ? ਯੈਸ ਸਰ। ਓਕੇ, ਵਾਟ ਇਜ਼ ਦ ਰੀਜ਼ਨ ਬਿਹਾਈਂਡ ਦੈਨ? ਸਰ ਆਈ ਡੋਨਟ ਨੋ, ਉਹਨਾਂ ਦਾ ਤਾਂ ਪਰਪਸ ਸਿਰਫ ਇੱਥੇ ਆਉਣ ਦਾ ਹੈਗਾ ਸੀ, ਬਟ ਆਈ ਥਿੰਕ ਹੀ ਵਾਸ ਨਾਟ ਸੈਟੀਸਫਾਈਡ ਵਿਦ ਦ ਮੈਰਿਜ। ਓਕੇ, ਸੋ ਉਹਨਾਂ ਦੀ ਕੋਈ ਗਰਲਫ੍ਰੈਂਡ ਸੀ ਇੰਡੀਆ? ਸਰ ਮੈਂ ਕੁਝ ਨਹੀਂ ਕਹਿ ਸਕਦੀ ਇਸ ਦੇ ਵਿੱਚ। ਸੋ ਤੁਹਾਡੇ ਕੋਲੋਂ ਕੋਈ ਐਸੀ ਗਲਤੀ ਹੋਈ ਹੋਵੇ ਔਰ ਤੁਸੀਂ ਹੁਣ ਮਹਿਸੂਸ ਕਰਦੇ ਹੋ ਕਿ ਤੁਹਾਡੀ ਕੋਈ ਸੁਭਾਅ ਵਿੱਚ ਤੁਹਾਡਾ ਕੋਈ ਸੁਭਾਅ ਗਰਮ ਹੋਵੇਗਾ ਜਾਂ ਤੁਹਾਡੀ ਪ੍ਰੈਸ਼ਰ ਕਾਫੀ ਹੋਵੇਗਾ ਉਹਨਾਂ ਤੇ ਕੋਈ? ਸਰ ਮੇਰਾ ਪ੍ਰੈਸ਼ਰ ਤਾਂ ਨਹੀਂ ਸੀ, ਬਟ ਹਲਕੀ ਤਾਂ ਨੋਕ-ਝੋਕ ਹੁੰਦੀ ਹੈਗੀ ਸੀ, ਬਟ ਇੰਨਾ ਵੀ ਨਹੀਂ ਸੀ ਪ੍ਰੈਸ਼ਰ ਮੇਰਾ ਕਿ ਉਹ ਘਰ ਜਾਣ ਛੱਡਣ ਤੇ ਮਜਬੂਰ ਹੋ ਜਾਣ, ਏਦਾਂ ਦਾ ਕੁਝ ਨਹੀਂ ਸੀ ਸਰ। ਤੁਹਾਡਾ ਆਪਸ ਵਿੱਚ ਲੜਾਈ ਝਗੜਾ ਵੀ ਹੁੰਦਾ ਸੀ? ਸਰ ਹੁੰਦਾ ਫੋਨ ਤੇ ਹੁੰਦਾ ਰਹਿੰਦਾ ਸੀ, ਜਦੋਂ ਇੰਡੀਆ ਸੀ ਉਦੋਂ ਵੀ ਫੋਨ ਤੇ ਹੁੰਦਾ ਸੀ, ਥੋੜਾ ਬਹੁਤ ਹੁੰਦਾ ਸੀ, ਬਟ ਫਿਰ ਠੀਕ ਹੋ ਜਾਈਦਾ ਸੀ। ਇੱਥੇ ਕੈਨੇਡਾ ਆਣ ਕੇ 16 ਜਨਵਰੀ ਤੋਂ ਲੈ ਕੇ 29 ਮਾਰਚ ਦੇ ਵਿੱਚ ਤੁਸੀਂ ਆਪਸ ਵਿੱਚ ਫਿਜ਼ੀਕਲੀ ਫਾਈਟ ਵੀ ਕੀਤਾ? ਨੋ ਸਰ, ਫਿਜ਼ੀਕਲ ਫਾਈਟ ਕੋਈ ਨਹੀਂ ਸੀ। ਓਕੇ ਸਰ, ਵਰਬਲੀ ਆਰਗੂ ਹੁੰਦੀ ਸੀ ਤੁਹਾਡੀ। ਸੋ ਤੁਹਾਡੇ ਹਸਬੰਡ ਕੀ ਕੰਮ ਕਰਦੇ ਸੀ ਕੈਨੇਡਾ 'ਚ? ਸਰ ਕੈਨੇਡਾ ਦੇ ਵਿੱਚ ਉਹ ਐਮਾਜ਼ਨ 'ਚ ਕੰਮ ਕਰਦੇ ਸੀ। ਕੀ ਅਰਨਿੰਗ ਕੀ ਸੀ? ਪੈਸੇ ਕਿੰਨੇ ਕਮਾਉਂਦੇ ਸੀ ਉਹ? ਸਟਾਰਟਿੰਗ ਸਰ 16 ਪਰ ਆਰ ਹੈਗੀ ਸੀ ਉਹਨਾਂ ਦੀ। $16 ਸਿਰਫ? ਜੀ ਸਰ। ਤੁਹਾਡੇ ਕੋਲ ਰੈਂਟਲ ਪ੍ਰਾਪਰਟੀ ਸੀ, ਅਪਾਰਟਮੈਂਟ ਸੀ ਜਾਂ ਬੇਸਮੈਂਟ ਸੀ? ਸਰ ਅਪਾਰਟਮੈਂਟ ਹੈਗਾ ਸੀ। 29 ਮਾਰਚ ਨੂੰ ਤੁਹਾਨੂੰ ਦੱਸ ਕੇ ਨਹੀਂ ਗਏ? ਤੁਹਾਨੂੰ ਕਾਲ ਕੀਤਾ ਕਿ ਮੈਂ ਵਾਪਸ ਨਹੀਂ ਆਉਣਾ? ਤੁਸੀਂ ਉਹਦੇ ਕਾਲ ਤੇ ਕਾਲ ਕੀਤਾ? ਸਰ ਮੈਂ ਉਸ ਟਾਈਮ ਵਰਕ ਤੇ ਸੀ ਐਂਡ ਬ੍ਰੇਕ 'ਚ ਮੈਂ ਉਹਨਾਂ ਨੂੰ ਕਾਲ ਕੀਤੀ ਸੀ, ਇੱਕ ਵਾਰ ਕਾਲ ਕੀਤੀ ਸੀ ਐਂਡ ਦੈਟ ਟਾਈਮ ਸਿਰਫ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਲੈਟ ਮੀ ਫੋਕਸ ਔਨ ਮਾਈ ਵਰਕ। ਫਿਰ ਉਸ ਤੋਂ ਬਾਅਦ ਸਰ ਕਾਲ ਉਹਨਾਂ ਨੇ ਕੱਟ ਦਿੱਤੀ, ਲੇਕਿਨ ਕਿਉਂਕਿ ਫੋਨਸ ਅਲਾਉਡ ਨਹੀਂ ਹੈਗੇ ਸੀ ਸਾਨੂੰ ਕੰਪਨੀ ਦੇ ਵਿੱਚ, ਸੋ ਜਦੋਂ ਮੈਂ ਸ਼ਾਮ ਨੂੰ ਆਪਣਾ ਫੋਨ ਚੈੱਕ ਕੀਤਾ, ਮੈਨੂੰ ਸ਼ਾਮ ਨੂੰ ਮੈਂ ਦੇਖਿਆ ਕਿ ਮੇਰੇ ਫੋਨ ਤੇ ਇਹਨਾਂ ਨੇ ਮੈਸੇਜ ਇੱਕ ਲੀਵ ਕੀਤਾ ਸੀ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਲੌਕ ਕਰ ਦਿੱਤਾ ਸੀ। ਮੈਸੇਜ ਇਹ ਲਿਖਿਆ ਸੀ ਕਿ ਮੈਂ ਛੱਡ ਕੇ ਜਾ ਰਿਹਾ ਹੈਗਾ, ਦੈਟਸ ਇਟ, ਕਿ ਆਮ ਲੀਵਿੰਗ। 29 ਮਾਰਚ ਤੋਂ ਬਾਅਦ ਇਸ ਵੇਲੇ ਜੁਲਾਈ ਦੀ ਅੱਜ ਕਿੰਨੀ ਤਰੀਕ ਹੋ ਗਈ ਆ, ਤਾਂ ਤੁਹਾਨੂੰ ਫਿਰ ਕੰਟੈਕਟ ਹਾਲੇ ਬਲੌਕ ਕਰ ਲਿਆ ਫੋਨ? ਤੁਸੀਂ ਆਪਣੇ ਇਨ-ਲॉज ਨਾਲ ਗੱਲ ਕੀਤੀ, ਆਪਣੇ ਸਾਰੇ ਪਰਿਵਾਰ ਨਾਲ? ਸਰ ਮੈਂ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਪਹਿਲੇ ਮੈਨੂੰ ਕਿਹਾ ਕਿ ਉਹ 1 ਮੰਥ 'ਚ ਵਾਪਿਸ ਆ ਜਾਏਗਾ। ਫਿਰ ਉਸ ਤੋਂ ਬਾਅਦ ਸਰ ਮੇਰੇ ਹਸਬੈਂਡ ਮੈਨੂੰ ਜਦੋਂ ਸਰ ਉਹਨਾਂ ਨੇ ਬਲੌਕ ਕੀਤਾ ਸੀ, ਫਿਰ ਨੰਬਰ ਚੇਂਜ ਕਰ ਲਿਆ ਆਪਣਾ ਐਂਡ ਨੰਬਰ ਚੇਂਜ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਗੱਲ ਹੋਈ ਮੇਰੇ ਨਾਲ, ਮੈਨੂੰ ਕਹਿੰਦੇ ਕਿ ਮੈਨੂੰ 6 ਮਹੀਨੇ ਚਾਹੀਦੇ ਨੇ ਇਸਟੈਬਲਿਸ਼ ਹੋਣ ਲਈ, ਮੈਂ 6 ਮਹੀਨਿਆਂ ਬਾਅਦ ਵਾਪਿਸ ਆ ਜਾਊਂਗਾ, ਵੱਧ ਤੋਂ ਵੱਧ ਮੈਨੂੰ 6 ਮਹੀਨੇ ਚਾਹੀਦੇ ਨੇ। ਨਵਾਈ ਲੈਫਟ ਗਿਆ ਕਿ ਕਰੋ ਕਹਾਂ ਤੋਂ ਗਿਆ ਆਪਣੇ ਗਗਨਪ੍ਰੀਤ? ਰੀਜ਼ਨ ਕੀ ਆ?
ਸਰ ਪਹਿਲੇ ਜਦੋਂ ਆਏ ਸੀ ਇਹਨਾਂ ਨੇ ਸੈਕਿੰਡ ਮੰਥ ਵਿੱਚ ਮੈਨੂੰ ਕਹਿਣਾ ਸਟਾਰਟ ਕਰ ਦਿੱਤਾ ਸੀ ਕਿ ਮੈਂ ਟੋਰਾਂਟੋ ਜਾਣਾ ਹੈਗਾ ਤੇ ਮੇਰਾ ਇੰਟਰਵਿਊ ਹੈਗਾ ਤੇ ਅਗਰ ਮੈਂ ਉੱਥੇ ਜਾਊਂਗਾ ਤੂੰ ਆ ਜਾਏਂਗੀ। ਤੇ ਸਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਾਂ ਕਿਹੜੇ ਇੱਥੇ ਵੈਲ ਸੈਟਲਡ ਹੈਗੇ ਤੇ ਮੈਂ ਵੀ ਆ ਜਾਊਂਗੀ। ਬਟ ਸਰ ਇਸ ਚੀਜ਼ ਤੇ ਇਸ ਗੱਲ ਤੇ ਆਰਗੂਮੈਂਟ ਜ਼ਰੂਰ ਹੋਇਆ ਸੀ ਸਾਡੇ ਦੋਨਾਂ ਦਾ। ਆਈ ਸੀ। ਸੋ ਤੁਸੀਂ ਆਸ ਵਿੱਚ ਹੀ ਵਾਦੇ ਹੈਪੀ ਨਹੀਂ ਸੀ ਮੈਰਿਜ ਲਾਈਫ ਤੋਂ? ਸਰ ਹੈਪੀ ਵੀ ਸੀ, ਨਾਟ ਰੀਅਲੀ ਵੀ ਹੈਪੀ ਨਹੀਂ ਸੀ। ਤੁਸੀਂ ਉਹਨੂੰ ਖਾਣਾ ਦਿੰਦੇ ਸੀਗੇ, ਉਹਨਾਂ ਨੇ ਕੱਪੜੇ ਪ੍ਰੈਸ ਕਰਦੇ ਸੀਗੇ, ਉਹਨਾਂ ਨੂੰ ਰੈਸਪੈਕਟ ਦਿੰਦੇ ਸੀ ਹਸਬੰਡ ਵਾਲੀ? ਸਰ ਖਾਣਾ ਜੀ ਸਰ ਐਵਰੀਥਿੰਗ ਆਈ ਵਾਸ ਡੂਇੰਗ, ਜਿੰਨਾ ਸਰ ਮੈਂ ਕਰ ਸਕਦੀ ਸੀ ਮੈਂ ਸਭ ਕੁਝ ਕਰ ਰਹੀ ਸੀ ਉਹਨਾਂ ਲਈ। ਸਰ ਖਾਣਾ ਉਹਨਾਂ ਨੂੰ ਰੋਜ਼ ਸਵੇਰੇ ਮਾਰਨਿੰਗ, ਦੋਨਾਂ ਦੀ ਸ਼ਿਫਟ ਹੈਗੀ ਸੀ ਸਾਡੀ, ਸੋ ਮਾਰਨਿੰਗ ਮੈਂ ਉਹਨਾਂ ਨੂੰ ਖਾਣਾ ਬਣਾ ਕੇ ਰੈਡੀ ਕਰਕੇ ਉਹਨਾਂ ਦੇ ਟਿਫਿਨ ਭੇਜ ਦਿੰਦੀ ਸੀ। ਤੁਹਾਡੇ ਸ਼ਿਫਟ ਜਿਹੜੀ ਸੀ ਮਤਲਬ ਮਾਰਨਿੰਗ ਸੀ ਔਰ ਇਹ ਨਾਈਟ ਤੁਸੀਂ ਇਕੱਠੇ ਹੁੰਦੇ ਸੀਗੇ? ਸਰ ਨਾਈਟ ਅਸੀਂ ਇਕੱਠੇ ਹੁੰਦੇ ਸੀ। ਤੇ ਉਹਨਾਂ ਦੀ ਬਸ ਦਲਵੀਰ ਦੇ ਵੱਡੇ ਬ੍ਰਦਰ ਲਾਈਨ ਤੇ ਨੇ। ਇੰਡੀਆ ਤੋਂ ਨੇ ਜੀ? ਇੰਡੀਆ ਤੋਂ ਪਵਨ, ਉਹਨਾਂ ਨੇ ਨਾਮ ਦੱਸਿਆ ਆਪਣਾ। ਪਵਨ ਜੀ, ਅਸੀਂ ਬਾਸੀ ਬ੍ਰਾਡਕਾਸਟਿੰਗ ਤੋਂ ਕਾਲ ਕਰ ਰਹੇ ਹਾਂ, ਬਾਸੀ ਹੈਡਕੁਆਟਰ ਤੋਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਬ੍ਰਦਰ, ਤੁਸੀਂ ਜਾਣਦੇ ਹੋ ਦਲਵੀਰ ਕਟਾਰੀਆ ਨੂੰ? ਹਾਂਜੀ ਹਾਂਜੀ, ਮੇਰਾ ਛੋਟਾ ਬ੍ਰਦਰ ਹੈ ਜੀ। ਤੁਹਾਡਾ ਛੋਟਾ ਬ੍ਰਦਰ? ਮੇਰੇ ਬ੍ਰਦਰ ਨੂੰ। ਹਾਂ, ਤੁਹਾਡੀ ਜੀ ਦਲਵੀਰ ਦੀ ਵਾਈਫ ਦਾ ਨਾਮ ਗਗਨਪ੍ਰੀਤ ਹੈ? ਗਗਨਦੀਪ, ਹਾਂਜੀ ਹਾਂਜੀ। ਗਗਨ, ਤੁਸੀਂ ਜਾਣਦੇ ਹੋ ਲਾਈਨ ਤੇ ਨੇ? ਜੀ ਸਰ ਮੈਂ ਜਾਣਦੀ, ਇਹਨਾਂ ਦੇ ਵੱਡੇ ਬ੍ਰਦਰ ਨੇ ਪਵਨ। ਗੱਲ ਕਰੋਗੇ ਤੁਸੀਂ ਪਵਨ ਨਾਲ? ਹਾਂਜੀ ਸਰ। ਤੁਸੀਂ ਸਤਿ ਸ਼੍ਰੀ ਅਕਾਲ ਬੁਲਾਓਗੇ ਪਵਨ ਜੀ ਨੂੰ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਪਵਨ ਜੀ, ਦੋਸ਼ ਲਾ ਰਹੇ ਕਿ ਤੁਹਾਡਾ ਭਰਾ ਤੁਹਾਡੀ ਭਰਜਾਈ ਨੂੰ ਛੱਡ ਕੇ ਚਲੇ ਗਿਆ ਔਰ ਇਮੀਗ੍ਰੇਸ਼ਨ ਲੈ ਕੇ ਇੱਕ ਫਰਾਡ ਹੈ। ਹਾਂਜੀ, ਫਰਾਡ ਮਤਲਬ ਕਿ ਸੈਂਸ ਕਿ ਤੁਸੀਂ ਉਹਨੂੰ ਜੂਸ ਕੀਤਾ ਇਮੀਗ੍ਰੇਸ਼ਨ ਲੈਣ ਦੀ ਖਾਤਰ, ਗਗਨ ਕਹਿ ਰਹੀ ਹੈ। ਔਰ 16 ਜਨਵਰੀ ਨੂੰ ਆੜ ਕੇ 29 ਮਾਰਚ ਨੂੰ ਘਰੋਂ ਚਲ ਜਾਂਦਾ, ਇਹ ਐਲੀਗੇਸ਼ਨ ਲਾ ਰਹੀ ਹੈ ਗਗਨ। 29 ਮਾਰਚ ਨੂੰ ਗਿਆ। ਹਾਂਜੀ ਹਾਂ, ਕਾਰਨ ਕੀ ਹੈ ਵੈਸੇ? ਸਰ ਕਾਰਨ ਵੀ ਆਪਸ ਦੀ ਲੜਾਈ ਹੈ। ਲੜਾਈ ਦੇ ਕਾਰਨ ਕੀ ਪਵਨ ਜੀ? ਤੁਹਾਡਾ ਬੜਾ ਸਤਿਕਾਰ ਹੈ ਇਲਾਕੇ ਦੇ ਵਿੱਚ, ਅਸੀਂ ਪਤਾ ਕੀਤਾ, ਸਟੋਰੀ ਡਿਗਆਊਟ ਕਰ ਰਹੇ ਹਾਂ ਔਰ ਟੈਲੀਕਾਸਟ ਬ੍ਰਾਡਕਾਸਟ ਕਰ ਰਹੇ ਆਪਣੇ ਸੇਮ ਟਾਈਮ ਤੇ ਪਵਨ। ਸੋ ਲੜਾਈ ਦਾ ਕਾਰਨ ਹੈ, ਮੈਂ ਜ਼ਰੂਰ ਰਿਸਪੌਂਸਿਬਲ ਇਹ ਸਭ ਕੁਝ ਇੰਨੀ ਜਲਦੀ ਜਿਹੜੀ ਮਿਸ ਪਈ ਹੈ, ਰਿਸਪੌਂਸਿਬਲ ਕੌਣ ਹੈ? ਇਹ ਦੋਸ਼ ਲਾ ਰਹੀ ਹੈ ਕਿ ਇਹਨੇ ਸਿਰਫ ਇਮੀਗ੍ਰੇਸ਼ਨ ਲੈਣੀ ਸੀ ਤਾਂ ਇਮੀਗ੍ਰੇਸ਼ਨ ਲੈ ਕੇ ਫਰਾਰ ਹੋ ਗਿਆ। ਸਰ ਪਹਿਲੀ ਗੱਲ ਆ ਕਿ ਇਹਨਾਂ ਦੀ ਜਿਹੜੀ ਮੈਰਿਜ ਆ ਉਹ ਇੱਕ ਮੈਚੋਰਡ ਲਾਈਫ ਦੇ ਵਿੱਚ ਹੋਈ ਆ, ਮਤਲਬ ਮੈਚੋਰਡ ਏਜ ਦੇ ਵਿੱਚ ਹੋਈ ਆ। 30 ਸਾਲ ਤੋਂ ਉੱਪਰ ਹੋਈ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਠੀਕ ਹੈ ਜੀ। ਔਰ ਬ੍ਰਦਰ ਮੇਰਾ ਜਿਹੜਾ PhD ਆ ਔਰ ਲੜਕੀ ਵੀ ਅੱਛੀ ਪੜ੍ਹੀ ਹੋਈ ਆ, BSc ਨਰਸਿੰਗ ਕੀਤੀ ਹੋਈ ਆ। ਤੇ ਦੋਨੋਂ ਸਮਝਦਾਰ। ਗੱਲ ਆ ਕਿ ਇਹਨਾਂ ਦੀ ਆਪਸ ਦੇ ਵਿੱਚ, ਇਹਨਾਂ ਦੀ ਪਹਿਲੀ ਗੱਲ ਆਪਸ ਦੇ ਵਿੱਚ ਅਣਬਣ, ਉਹਦਾ ਰੀਜ਼ਨ ਹੈ ਆਪਸ ਦੇ ਵਿੱਚ ਬਣਨ ਦਾ ਰੀਜ਼ਨ ਹੈ ਕਿ ਲੜਕੀ ਜਿਹੜੀ ਆ ਉਹ ਹਾਈਪਰ ਬਹੁਤ ਜਲਦੀ ਹੋ ਜਾਂਦੀ ਹੈ। ਇਹ ਵੀ ਕਹਿ ਗਗਨ, ਤੁਸੀਂ ਤੁਹਾਡੇ ਸੁਭਾਅ ਦੇ ਵਿੱਚ ਬਹੁਤ ਕੜਕਤਨ ਹੈ, ਜਲਦੀ ਹਾਈਪਰ ਹੋ ਜਾਂਦੇ ਹੋ। ਯੂ ਸ਼ੁੱਡ ਟੋਲਰੈਂਸ ਤੁਹਾਡੇ ਕੋਲ ਜ਼ੀਰੋ ਹੈ। ਕਾਰਨ ਕੀ ਹੈ? ਉਹ ਤੁਹਾਡਾ ਹਸਬੈਂਡ ਹੈ, ਪਤੀ ਪਰਮੇਸ਼ਰ ਹੈ, ਜੋ ਨੋਕ ਚੋਕ ਵੀ ਹੁੰਦੀ ਹੈ, ਤੁਸੀਂ ਸਹਾਰਦੇ ਨਹੀਂ ਹੋ। 32 ਸਾਲ ਸਰ ਇਹਨਾਂ ਦੇ ਬ੍ਰਦਰ ਨੇ ਇੱਕ ਗੱਲ ਕੀਤੀ ਹੈਗੀ ਸੀ ਕਿ ਵੱਧ ਤੋਂ ਵੱਧ 6 ਮਹੀਨੇ ਰਹੇਗਾ। ਇਹ ਗੱਲ ਸਰ ਮੈਨੂੰ ਆਪਣੇ ਘਰਦਿਆਂ ਤੋਂ ਪਤਾ ਲੱਗੀ ਹੈਗੀ ਸੀ। ਐਂਡ ਹੋਰ ਵੀ ਇਹਨਾਂ ਦੇ ਪਹਿਲੇ ਜੋ ਇਹਨਾਂ ਦਾ ਸੁਭਾਅ ਹੈਗਾ ਸੀ, ਜਿਸ ਤਰ੍ਹਾਂ ਨਾਲ ਮੇਰੇ ਹਸਬੈਂਡ ਮੇਰੇ ਨਾਲ ਟ੍ਰੀਟ ਕਰਦੇ ਸੀ ਇੰਡੀਆ ਵਿੱਚ, ਉਹ ਸੇਮ ਨਹੀਂ ਹੈਗਾ ਸੀ ਜਦੋਂ ਇੱਥੇ ਕੈਨੇਡਾ ਵਿੱਚ ਆਏ ਸੀ। ਸਾਰੇ ਜੇ ਤੁਸੀਂ 2 ਮਹੀਨੇ ਸਹੁਰੇ ਰਹੇ ਉਦੋਂ ਤੁਹਾਡੇ ਹਸਬੈਂਡ ਦਾ ਸੁਭਾਅ ਵਧੀਆ ਸੀ? ਹਾਂਜੀ ਸਰ, ਉਸ ਟਾਈਮ ਠੀਕ ਸੀ। ਕੈਨੇਡਾ ਜੋ ਆਏ ਆ ਉਸ ਵੇਲੇ ਉਹਨਾਂ ਨੇ ਆਪਣੇ ਸੁਭਾਅ ਵਿੱਚ ਚੇਂਜਸ ਆ ਗਈ ਆ, ਸਿਰਫ ਜੀ ਸਰ ਇਮੀਗ੍ਰੇਸ਼ਨ ਕਰਕੇ ਹੀ ਇਹ ਸਭ ਕੁਝ ਹੋਇਆ? ਹਾਂਜੀ ਸਰ ਇਹਨਾਂ ਨੇ ਮੈਨੂੰ ਮੈਸੇਜ 'ਚ ਵੀ ਲਿਖਿਆ ਸੀ ਕਿ ਮੈਂ 16 ਤੋਂ ਬਾਅਦ ਗਾਇਬ ਹੋ ਜਾਣਾ ਹੈ ਕੈਨੇਡਾ ਆ ਕੇ। ਜੀ ਕੈਨੇਡਾ ਆ ਕੇ ਲਿਖਿਆ ਸੀ ਗਾਇਬ ਹੋਣਾ, ਤੇ ਵਾਈ ਜਸਟ ਸਪਾਂਸਰ ਦੈਨ? ਸਰ ਇਹ ਉਹਨਾਂ ਨੇ ਮੈਸੇਜ ਕੀਤਾ ਸੀ, ਉਸ ਟਾਈਮ ਇਹਨਾਂ ਦਾ ਵੀਜ਼ਾ ਆ ਗਿਆ ਸੀ, ਇਹਨਾਂ ਨੇ ਆਪਣੀ ਟਿਕਟ ਕਰਵਾ ਲਈ ਸੀ, ਸਭ ਕੁਝ ਪਰ ਯੂ ਕੈਨ ਕੈਂਸਲ ਰਾਈਟ ਵਿੱਚ। ਤੁਸੀਂ 에ਅਰਪੋਰਟ ਤੇ ਇਨਫਾਰਮ ਕਰ ਸਕਦੇ ਸੀ ਕਿ ਮੈਂ ਇਹਨੂੰ ਮਤਲਬ ਕਿ ਵਿਡਰਾ ਕਰਦੀ ਐਪਲੀਕੇਸ਼ਨ। ਮੈਨੂੰ ਨਹੀਂ ਨਾ ਪਤਾ ਸੀ, ਕਦੀ ਇਹ ਠੀਕ, ਕਦੀ ਗੁੱਸੇ 'ਚ ਕਹਿ ਦਿੰਦੇ ਸੀ। ਗਗਨ ਹੋਲਡ ਔਨ ਪਲੀਜ਼, ਸਟਾਪ ਐਟ 1 ਸੈਕਿੰਡ। ਇਟ ਜਸਟ ਨਾਟ ਐਕਸਕਿਊਜ਼, ਤੁਹਾਨੂੰ ਪਤਾ ਨਹੀਂ ਸੀਗਾ। ਤੁਸੀਂ ਵੈਲ ਐਜੂਕੇਟਡ ਹੋ ਗਗਨ? ਜੀ ਸਰ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੀ ਕੁਆਲੀਫਿਕੇਸ਼ਨ ਹੈ, ਯੂ ਆਰ ਓਵਰ ਕੁਆਲੀਫਾਈਡ। So you're telling me that you don't know anything? How come you can say that? I could understand. Something else going on. Sir, मैं expect नहीं किया ਸੀ ਕਿ cheat ਕਰਨਗੇ ਤਾਂ। I know, ਪਰ ਇਹਨਾਂ ਨੇ cheat ਕਰਨ ਦਾ ਕਾਰਨ ਤੁਹਾਡਾ ਸੁਭਾਅ ਇੱਕ। ਤੁਸੀਂ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਜੇਠ ਨੇ ਪਵਨਜੀਤ
ਔਰ ਤੁਸੀਂ ਆਪਣੀ ਜ਼ਿੰਦਗੀ ਦੀਆਂ ਜੇ ਗਲਤੀਆਂ ਕੀਤੀਆਂ ਹੋਈਆਂ ਜੇ ਤੁਸੀਂ ਚਾਹੋ ਕਿ ਇਹਨੂੰ ਦਰੁਸਤ ਕਰਨਾ ਕਿ ਜੇ ਤੁਸੀਂ ਕਹਿ ਦਵੋ ਕਿ ਮੈਂ ਸੌਰੀ ਮੰਗਦੀ ਹਾਂ ਆਪਣੇ ਪਤੀ ਪਰਮੇਸ਼ਰ ਤੋਂ ਆਪਣੇ ਸਹੁਰੇ ਪਰਿਵਾਰ ਤੋਂ ਤਾਂ ਮੈਂ ਬੇਨਤੀ ਕਰ ਸਕਦਾ ਪਵਨ ਜੀ ਨੂੰ ਤਾਂ ਵਾਪਸ ਆ ਸਕਦਾ ਹੈ ਕਿਉਂਕਿ ਪੜ੍ਹੇ ਲਿਖਿਆ ਪਰਿਵਾਰ ਹੈ ਵੈਲ ਐਜੂਕੇਟਡ ਪਰਿਵਾਰ ਹੈ ਇਲਾਕੇ ਦੇ ਵਿੱਚ ਵੈਰੀ ਵੈਲ ਨੋਨ ਪਰਸਨ ਨੇ ਮਦਾਰਾ ਪਿੰਡ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਖੁਦ ਆਪ ਮੈਂ ਤੁਹਾਡੇ ਪਿੰਡ ਪਵਨ ਜੀ ਇੱਕ ਸੈਕਿੰਡ ਮੈਂ ਤੁਹਾਡੇ ਪਿੰਡ ਵੀ ਜਾ ਚੁੱਕਾ ਔਰ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਸ਼ਾਨ ਹੈ ਤੁਸੀਂ ਇਲਾਕੇ ਦੀ ਔਰ ਗਗਨਪ੍ਰੀਤ ਐਕਸਕਿਊਜ਼ ਮੀ ਤੁਸੀਂ ਆਈ ਗਿਵ ਯੂ ਚਾਂਸ ਤੁਸੀਂ ਲੱਕੀ ਹੋ ਆਪਣੇ ਸਹੁਰੇ ਪਰਿਵਾਰ ਤੋਂ ਖੇਮਾਨੀ ਜਾਚਨਾ ਅਪੋਲੋਜੀ ਕਰ ਲਓ ਤੁਸੀਂ ਚੰਗੇ ਰਹੋਗੇ ਸਰ ਮੈਂ ਇਦਾਂ ਦਾ ਕੁਝ ਕੀਤਾ ਨਹੀਂ ਕਿ ਜਿਹਦੇ ਲਈ ਮੈਂ ਅਪੋਲੋਜਾਈਜ਼ ਕਰਾਂ ਕਿਉਂਕਿ ਇਹਨਾਂ ਨੇ ਤਾਂ ਬਿਲਕੁਲ ਮੈਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਦਿੱਤੀ ਸੀ ਕਿ ਮੈਂ ਤੋਂ ਛੱਡ ਕੇ ਚਲੇ ਜਾਊਂਗਾ but you just told me कि he already gave you indication on 16 January you're going to leave ਪਵਨ ਜੀ ਕੀ ਕਹਿਣਾ ਚਾਹੁੰਦੇ ਪਲੀਜ਼ ਪ੍ਰੋਸੀਡ ਕਰੋ ਸਰ ਮੈਂ ਇਹ ਕਹਿਣਾ ਚਾਹਨਾ ਕਿ ਜਿਹੜਾ ਹਾਈਪਰ ਦਾ ਲੈਵਲ ਹੈ ਨਾ ਉਹ ਅਲੱਗ ਆ ਠੀਕ ਹੈ ਜੀ ਈਵਨ ਕਿ ਗਗਨ ਨੇ ਮੈਨੂੰ ਵੀ ਮਤਲਬ ਗੰਦੀਆਂ ਗਾਲਾਂ ਕੱਢੀਆਂ ਸੀ ਓ ਮਾਈ ਗॉड ਹੋਲਡ ਔਨ ਮੈਂ ਤੁਹਾਨੂੰ ਹੋਲਡ ਔਨ ਤੁਹਾਨੂੰ ਮੈਂ ਰਿਕਾਰਡਿੰਗ ਪੇਸ਼ ਕਰ ਸਕਦਾ ਮੈਂ ਈਵਨ ਕਿ ਸਰ ਚੌਂਕੀ ਦੇ ਵਿੱਚ ਉਹਦੀ ਰਿਪੋਰਟ ਲਿਖਾਈ ਆ ਮੈਂ ਕੇਸ ਵੀ ਕਰ ਸਕਦਾ ਮੈਂ ਕੇਸ ਰਜਿਸਟਰ ਕਰਕੇ ਕਰਿਆ ਕਿ ਸਾਡੇ ਹੋ ਸਕਦਾ ਚਾਂਸਸ ਦੁਬਾਰਾ ਹੋ ਸਕਦਾ ਕੰਪਰੋਮਾਈਜ਼ ਗਗਨ ਫਸਟ ਆਫ ਆਲ ਡੂ ਟੈਲ ਮੀ ਵਨ ਥਿੰਗ ਪਵਨ ਤੁਹਾਡੇ ਹਸਬੰਡ ਤੋਂ ਵੱਡੇ ਨੇ ਤੁਹਾਡੇ ਇੱਕ ਜੇਠ ਇੱਕ ਵੱਡਾ ਭਰਾ ਹੁੰਦਾ ਯੂ ਡੋਂਟ ਹੈਵ ਮੈਨਰਸ ਹਾਊ ਟੂ ਟਾਕ ਟੂ ਦੀ ਪਰਸਨ because sir he mistreated with me how come do tell me that he live in India you live in Canada don't tell me don't make story please sir ਜਦੋਂ ਮੈਂ ਵਕੇਸ਼ਨ ਤੇ ਗਈ ਸੀ 2020 ਚ ਗਈ ਸੀ ਸਰ ਵਕੇਸ਼ਨ ਤੇ ਉਸ ਟਾਈਮ ਮੇਰੇ ਇਹਨਾਂ ਨੇ ਮੈਨੂੰ ਜ਼ਲੀਲ ਕੀਤਾ ਸੀ ਜਦੋਂ ਬੁਲਾ ਕੇ ਸਰ ਇਹਨਾਂ ਨੇ ਘਰ ਦੇ ਵਿੱਚ ਜ਼ਲੀਲ ਕੀਤਾ ਸੀ ਇਹਨਾਂ ਦੇ ਬ੍ਰਦਰ ਹੀ ਮੈਨੂੰ ਗਲਤ ਬੋਲਦਾ ਹੈਗਾ ਸੀ ਫੋਨ ਤੇ ਗਲਤ ਬੋਲਿਆ ਸੀ ਇਹਨਾਂ ਨੇ ਵਾਪਸ ਮੈਨੂੰ ਗਗਨ ਜੀ ਸੁਣੋ ਗੱਲ ਤੁਹਾਡੇ ਹਸਬੰਡ ਨੇ ਕੈਨੇਡਾ ਆਉਣਾ ਸੀ ਇਹ ਪਰਿਵਾਰ ਕਿਵੇਂ ਜਲੀਲ ਕਰ ਸਕਦਾ ਮੈਂ ਮੰਨ ਸਕਦਾ ਕਿ ਬੰਦੇ ਨੇ ਕਈ ਵਾਰੀ ਉੱਥੇ ਜਾ ਕੇ ਛੱਡ ਦੇਈ ਉਹ ਤਾਂ ਵੱਧ ਤੋਂ ਮੈਕਸਿਮਮ ਚਾਹੁੰਦੇ ਹੁੰਦੇ ਕਿ ਕੋਈ ਐਸਾ ਅਸੀਂ ਗਲਤੀ ਨਾ ਕਰ ਲਈਏ ਜਿਹਦੇ ਨਾਲ ਤੁਸੀਂ ਮਤਲਬ ਸਪਾਂਸਰਸ਼ਿਪ ਵਿਡਰਾਅ ਨਾ ਕਰ ਲਵੇ ਉਹਦੇ ਪਿਆਰ ਰਹਿੰਦੇ ਆ ਤੇ ਇਹ ਜਲੀਲ ਕਿਵੇਂ ਕਰ ਸਕਦੇ ਤੁਹਾਨੂੰ ਉਹ ਸਪਾਂਸਰ ਤੁਹਾਡਾ ਹਸਬੰਡ ਪਹਿਲੇ ਇੰਡੀਆ ਸੀਗਾ 2 ਮਹੀਨੇ ਤੁਸੀਂ ਰਹੇ ਆ ਜੋ ਬਾਈ ਯੂ ਮੇਕਿੰਗ ਸਟੋਰੀ ਪਵਨ ਟੈਲ ਮੀ ਮੈਂ ਕੁਝ ਕਹਿਣਾ ਚਾਹਾਂ ਪਲੀਜ਼ ਗੋ ਹੈਡ ਸਰ ਇਸ ਤਰ੍ਹਾਂ ਹੈ ਕਿ ਦੇਖੋ ਮੈਰਿਜ ਤੋਂ ਬਾਅਦ ਸਾਡੀ ਫੈਮਿਲੀ ਦੀ ਮੈਂਬਰ ਈਵਨ ਕਿ ਅਗਰ ਸਾਡੇ ਤੇ ਕੋਈ ਦੋਸ਼ ਲਗਾਉਂਦੇ ਮੈਂ ਪ੍ਰੂਫ ਦੇ ਸਕਦਾ ਕਿ ਅਸੀਂ ਨਿਰਦੋਸ਼ ਹਾਂ ਠੀਕ ਹੈ ਔਰ ਰਹੀ ਗੱਲ ਘਰੋਂ ਛੱਡ ਕੇ ਜਾਣ ਦੀ ਗਗਨ ਨੇ 26 27 28 29 ਮਾਰਚ ਲਗਾਤਾਰ ਉਹਨੂੰ ਫੋਰਸ ਕੀਤਾ ਦਲਬੀਰ ਨੂੰ ਘਰ ਛੱਡ ਕੇ ਜਾਣ ਲਈ ਆਪਣਾ ਅਪਾਰਟਮੈਂਟ ਲੱਭਣ ਲਈ ਔਰ ਗਗਨ ਆਪਣੇ ਹਸਬੈਂਡ ਦਾ ਸਮਾਨ ਚੱਕ ਕੇ ਵੀ ਬਾਹਰ ਰੱਖ ਦਿੰਦੀ ਸੀ ਅੱਧਾ ਦਿਨ ਘਰ ਤੋਂ ਬਾਹਰ ਰਹਿੰਦਾ ਸੀ ਔਰ ਗਗਨ ਨੇ ਆਪਣੇ ਹਸਬੈਂਡ ਦੇ ਮੂੰਹ ਤੇ ਥੁੱਕਿਆ ਵੀ ਹਾਂਜੀ no sir this is absolutely he is lying he is completely lying okay completely lying is different story can you hold on one second sir. Okay let me talk to him first okay sir okay ਜਿੰਨ ਤੱਕ ਮੈਂ ਤੁਹਾਨੂੰ ਅਲਾਉ ਨਹੀਂ ਕਰਦਾ ਔਰ you don't have rights to talk okay sir okay please proceed ਪਵਨ ਬੋਲੋ ਇਹ ਤਿੰਨ ਦਿਨ ਲਗਾਤਾਰ ਸਾਡੀ ਭਰਜਾਈ ਨੇ ਉਹਦਾ ਸਮਾਨ ਬਾਹਰ ਰੱਖ ਦਿੰਦੀ ਸੀ ਘਰ ਦਾ ਚੁੱਕ ਕੇ ਘਰ ਤੋਂ ਬਾਹਰ ਰੱਖ ਦਿੰਦੀ ਸੀ ਅੱਧਾ ਦਿਨ ਘਰ ਤੋਂ ਬਾਹਰ ਰਹਿੰਦਾ ਸੀ ਈਵਨ ਕਿ ਇਹਨੇ WhatsApp ਤੇ ਖੁਦ ਮੈਸੇਜ ਟਾਈਪ ਕਰਕੇ ਲਿਖਿਆ ਘਰ ਛੱਡ ਕੇ ਚਲਾ ਜਾ ਮੈਂ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦੀ ਈਵਨ ਕਿ ਇਹਨੇ ਆਪਣੇ ਹਸਬੈਂਡ ਦੇ ਫੇਸ ਤੇ ਥੁੱਕਿਆ ਵੀ ਸੀ ਜਿਹਦੇ ਕਰਕੇ ਇਹਦੇ ਫਾਦਰ ਇਹਦੇ ਮਾਮਾ ਜੀ ਘਰ ਆ ਕੇ ਖੁਦ ਕੰਪਰੋਮਾਈਜ਼ ਲਈ ਰਿਕੁਐਸਟ ਕਰਕੇ ਗਏ ਸੀ ਕਿ ਅੱਗੇ ਤੋਂ ਇਹ ਗਲਤੀ ਨਹੀਂ ਹੋਊਗੀ ਗਗਨ you tell me baby why you do this nonsense ਤੁਸੀਂ ਆਪਣੇ ਹਸਬੈਂਡ ਦੇ stop it sir ਮੈਂ ਆਪਣੇ please stop it ਤੁਹਾਡੇ ਹਸਬੈਂਡ ਨੇ ਪਤੀ ਪਰਮੇਸ਼ਰ ਨੇ ਤੁਸੀਂ ਪਹਿਲੇ ਐਜੂਕੇਟਡ ਹੋ ਤੁਹਾਨੂੰ ਸਕੂਲ ਦੇ ਵਿੱਚ ਐਜੂਕੇਸ਼ਨ ਆਈ ਦਿੱਤੀ ਹੈ sir I did not spit on him you did it he told me that sir he is lying no I didn't believe that not at all I believe sir he is lying he's lying okay sir ਇਹਨਾਂ ਨੇ ਮੇਰੇ ਤੇ ਬਲੇਮਸ ਵੀ ਬਹੁਤ ਲਗਾਏ ਨੇ ਐਂਡ ਸਰ ਬਹੁਤ ਰੋਂਗ ਬਲੇਮਸ ਲਗਾਏ okay hold on ਗਗਨ ਜੀ ਤੁਸੀਂ ਮੇਰੇ ਸਿਰ ਦੇ ਤਾਜ ਹੋ ਬੇਟਾ ਕਿਹੜੇ ਐਸੇ ਲਾਏ ਨੇ ਐਲੀਗੇਸ਼ਨ ਟੈਲ ਮੀ ਨਾਓ ਪਲੀਜ਼ ਸਰ ਜਦੋਂ ਮੈਂ ਇੰਡੀਆ ਗਈ ਸੀ ਇਹਨਾਂ ਦੇ ਬ੍ਰਦਰ ਨੇ ਮੈਨੂੰ ਸਰ ਪਹਿਲੇ ਦਾ ਦਲੀਲ ਜਦੋਂ ਕੀਤਾ ਹੈਗਾ ਸੀ ਫੋਨ ਤੇ ਸਰ ਕਾਨਫਰੰਸ ਤੇ ਕਾਲ ਲੱਗੀ ਸੀ ਇਹ ਇਹਨਾਂ ਦੇ ਮੇਰੇ ਹਸਬੈਂਡ ਐਂਡ ਇਹਨਾਂ ਨੇ ਫੋਨ ਤੇ ਮੈਨੂੰ ਉਸ ਟਾਈਮ ਮੈਂ ਸਰ ਅੰਮ੍ਰਿਤਸਰ ਸੀ ਇਹਨਾਂ ਨੇ ਮੈਨੂੰ ਫੋਨ ਤੇ ਕਿਹਾ ਤੂੰ ਮੈਂਟਲ ਹੈਗੀ ਆ ਇਦਾਂ ਸਰ ਇਦਾਂ ਦਾ ਬੋਲਿਆ ਹੈਗਾ ਸੀ ਇਦਾਂ ਬੋਲ ਕੇ ਸਰ ਮੈਨੂੰ ਤੰਗ ਕਰਦੇ ਹੁੰਦੇ ਸੀ no like why
ਗਗਨ ਜੀ ਇਹ ਕਿਵੇਂ ਤੰਗ ਕਰਦੇ ਸੀ, ਰੀਜ਼ਨ ਕੀ ਸੀ ਤੰਗ ਕਰਨ ਦਾ? ਸਰ ਇਹ ਤਾਂ ਇਹਨਾਂ ਨੂੰ ਪਤਾ ਹੋਏਗਾ ਨਾ ਕਿਉਂ ਤੰਗ ਕਰਦੇ ਹੈਗੇ ਸੀ, ਕਿਉਂਕਿ ਇਹ ਚਾਹੁੰਦੇ ਹੀ ਨਹੀਂ ਸੀ ਕਿ ਰਿਲੇਸ਼ਨ ਰੱਖਣ। ਇਹ ਕਿਵੇਂ ਹੋ ਸਕਦਾ ਗਗਨ? ਯੂ ਟੈਲ ਮੀ ਦੈਟ, ਆਈ ਕੈਨਟ ਬਿਲੀਵ ਦੈਟ। ਇਹ ਕਿਵੇਂ ਹੋ ਸਕਦਾ ਕਿ ਜਿਹਦਾ ਭਰਾ ਕੈਨੇਡਾ ਜਾਣਾ, ਮਤਲਬ ਜਾਣ ਦੇ ਚਾਂਸ ਬਣ ਗਏ ਹੋਣ, ਮੈਰਿਜ ਹੋ ਗਈ ਹੋਵੇ, ਉਹ ਤਾਂ ਹੈਪੀ ਹੁੰਦਾ। ਪਵਨ ਟੈਲ ਮੀ ਟਰੂ, ਇਹ ਜਿਹੜੀ ਮੈਸ ਪਈ ਆ ਇਹ ਪਿੱਛੇ ਰੀਜ਼ਨ ਕੀ ਆ? ਸਰ ਮੈਂ ਦੱਸਦਾ ਦੇਖੋ ਮੇਰੇ ਤੇ ਕੁਐਸਚਨ ਮਾਰਕ ਲੱਗ ਰਿਹਾ ਕਿ ਮੈਂ ਮਤਲਬ ਇਹਦੇ ਹਸਬੈਂਡ ਨੂੰ ਫੋਰਸ ਕਰ ਰਿਹਾ ਸੀ ਕਿ ਇਹਨੂੰ ਛੱਡ ਕੇ ਚਲਾ ਜਾ, ਹਨਾ, ਕੁਛ ਇਸ ਤਰ੍ਹਾਂ ਦਾ ਲਗਾ ਰਹੀ ਹੈ। ਸਰ ਮੈਂ ਘਰ ਦੇ ਵਿੱਚ ਰਹਿੰਦਾ ਹੀ ਨਹੀਂ, ਠੀਕ ਹੈ, ਮੇਰੀ ਵਾਈਫ ਰਹਿੰਦੀ ਆ, ਮੇਰੇ ਬੱਚੇ ਰਹਿੰਦੇ ਆ ਘਰ ਦੇ ਵਿੱਚ, ਤੇ ਮੈਂ ਸਰ ਮੇਰਾ ਹੈਡਕੁਆਟਰ ਸੰਗਰੂਰ ਹੈ, ਮੈਂ ਸਰ ਘਰ ਤੋਂ ਬਾਹਰ ਰਹਿਣਾ, ਮੰਡੇ ਟੂ ਸੈਟਰਡੇ ਮੈਂ ਘਰ ਤੋਂ ਬਾਹਰ ਹੁੰਦਾ। ਤੁਹਾਡੀ ਜੌਬ ਕਾਹਦੀ ਆ ਪਵਨ ਜੀ? ਮੈਂ ਸਰ ਪ੍ਰਾਈਵੇਟ ਫਰਮ ਦੇ ਵਿੱਚ ਏਰੀਆ ਮੈਨੇਜਰ ਕੰਮ ਕਰਦਾ ਸਰ। ਕਿੰਨੀ ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ ਸਰ 40 ਇਅਰਸ ਹੈ। ਕਿੰਨੇ ਬੱਚੇ ਨੇ ਬਾਪ ਹੋ? ਮੇਰੇ 2 ਬੱਚੇ ਆ ਜੀ। 2 ਬੱਚੇ ਆ। ਗਗਨ ਤੁਹਾਡਾ ਜੇਠ, ਜਿਹੜੇ ਜੇਠ ਹੈ ਤੁਹਾਡੇ ਭਰਾ ਨੇ, ਔਰ ਇਹ ਅੱਛੀ ਜੌਬ 'ਚ ਨੇ, ਔਰ 2 ਬੱਚੇ ਬਾਪ ਨੇ, ਜ਼ਿੰਮੇਵਾਰ ਬੰਦੇ ਨੇ, ਔਰ ਇਹਨਾਂ ਦਾ ਪਰਿਵਾਰ ਨੂੰ ਮੈਂ ਜਾਣ ਚੁੱਕਾ ਆਲਰੇਡੀ। ਇਹ ਨਹੀਂ ਮੈਨੂੰ ਜਾਣਦੇ, ਬਟ ਆਈ ਫਾਈਂਡ ਆਊਟ ਆਲਰੇਡੀ, ਕਿਉਂਕਿ ਇਹਨਾਂ ਨੇ ਪਿੰਡ ਮੈਂ ਖੁਦ ਵਿਜ਼ਿਟ ਕਰ ਚੁੱਕਾ ਫਿਜ਼ੀਕਲੀ ਤੌਰ ਤੇ ਕਈ ਵਾਰੀ। ਮਦਾਰੀ, ਸਾਡਾ ਮਦਾਰਾ ਪਿੰਡ ਹੈ ਨਾ ਆਪਣੇ ਪਵਨ? ਹਾਂਜੀ ਜੀ ਸਰ। ਓਕੇ, ਮੈਂ ਤੁਹਾਡੇ ਵਿਜ਼ਿਟ ਕੀਤਾ ਤੁਹਾਡੇ ਪਿੰਡ ਕਈ ਵਾਰੀ ਜੀ ਸਰ। ਹਾਂ, ਤੁਹਾਡੇ ਅਮਰੀਕਾ ਤੋਂ ਫੈਮਿਲੀ ਰਹਿੰਦੀ ਹੈ ਨਾ ਉੱਥੇ, ਕੀ ਨਾਮ ਹੈ ਉਹਨਾਂ, ਜੋਗਿੰਦਰ ਸਿੰਘ ਹੁਣੀ? ਹਾਂਜੀ ਹਾਂ, ਉਸ ਘਰ ਦੇ ਵਿੱਚ ਮੈਂ ਵਿਜ਼ਿਟ ਕੀਤਾ ਹੈ ਤੁਹਾਡੇ ਇਲਾਕੇ 'ਚ। ਮੈਂ ਕਈ ਵਾਰੀ ਮੇਰਾ ਸਪੈਸ਼ਲ ਰੂਟ ਲਾਇਆ ਸੀ, ਗਵਰਨਮੈਂਟ ਲਾਇਆ ਉੱਥੇ ਹੁੰਦਾ, ਮੈਂ ਜਾਂਦਾ। ਸੋ ਮੈਨੂੰ ਯਾਦ ਹੈ ਕਿ ਮਦਾਰਾ ਪਿੰਡ ਹੈ, ਤੇ ਆਈ ਰਿਮੈਂਬਰ ਦੈਟ ਆਈ ਵਿਜ਼ਿਟ ਸੈਕੰਡ ਵਿਲੇਜ, ਆਦਮਪੁਰ ਦੇ ਕੋਲ ਹੈ, ਜੰਡੂ ਸਿੰਘਾ ਲਾਗੇ, ਠੀਕ ਹੈ ਨਾ? ਐਨੀਵੇ ਜੀ ਜੰਡੂ ਸਿੰਘ ਦੇ ਨਾਲ। ਯਾ, ਸੋ ਗਗਨ ਜੀ ਸਾਡੇ ਕੋਲ ਇੱਕ ਓਪਰਚੁਨਿਟੀ ਮੈਂ ਦੇ ਰਹੇ ਹਾਂ। ਪਵਨ ਜੀ, ਅਗਰ ਜੇ ਅਪੋਲੋਜੀ ਕਰ ਲਿਆ, ਤੁਸੀਂ ਆਪਣੇ ਭਰਾ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕਰੋਗੇ ਕਿ ਦੁਬਾਰਾ ਇਕੱਠੇ ਹੋ ਜਾਣ? ਸਰ ਇਹ ਆਪਸ ਵਿੱਚ ਇਕੱਠੇ ਹੋ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡੇ ਸਾਹਮਣੇ ਥੋੜਾ ਇਹਨਾਂ ਦੀ ਲੜਾਈ ਇੰਨੀ ਵੱਡੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਕਹੀਏ ਤੁਸੀਂ ਅਲੱਗ-ਅਲੱਗ ਰਹੋ। ਪਰ ਜੇ ਇਹ ਅਪੋਲੋਜੀ ਕਰ ਲੈਣ, ਤੁਸੀਂ ਆਪਣੇ ਭਰਾ ਨੂੰ ਫੋਰਸ ਕਰ ਦਿਓ ਕਿ ਪਲੀਜ਼ ਗੋ ਬੈਕ? ਯੈਸ ਸਰ, ਨੋ, ਟੈਲ ਮੀ ਨਾਓ। ਸਰ ਮੈਂ ਉਹਨੂੰ ਕਹਿ ਸਕਦਾ ਪਵਨ ਜੀ ਉਹਨਾਂ ਦਾ ਤਾਂ ਇਹਦਾ ਆਪਣਾ ਡਿਸੀਜਨ। ਪਵਨ ਜੀ ਇਸ ਤਰ੍ਹਾਂ ਨਹੀਂ ਹੈ, ਆਪਾਂ ਇਹਨੂੰ ਪੈਚ ਅਪ ਕਰਨਾ ਹੈ। ਦਲਵੀਰ ਜੀ ਇਸ ਵੇਲੇ ਮਿਸੀਸਾਗਾ ਦੇ ਵਿੱਚ ਰਹਿ ਰਹੇ ਨੇ। ਅੱਛਾ ਪਵਨ ਜੀ, ਆਪਾਂ ਨੂੰ ਪੈਚ ਅਪ ਕਰਨਾ ਚਾਹੁੰਦੇ ਹੋ ਤਾਂ ਆਈ ਐਮ ਰੈਡੀ ਟੂ ਪੈਚ ਅਪ, ਅਦਰਵਾਈਜ਼ ਤੁਹਾਡੇ ਭਰਾ ਦਾ ਜਿਹੜਾ ਕੈਨੇਡੀਅਨ ਪਾਸਪੋਰਟ, ਇੰਡੀਅਨ ਪਾਸਪੋਰਟ ਇਜ਼ ਗੋਇੰਗ ਟੂ ਬੀ ਕੈਂਸਲ। ਸੋ ਯੂ ਹੈਵ ਆਪਸ਼ਨ। ਹੈਲੋ, ਤੁਹਾਡੇ ਕੋਲ 2 ਆਪਸ਼ਨ ਨੇ, ਕਿਉਂਕਿ ਫਰਾਡ ਦੇ ਚਾਰजेस ਜਾਂ ਫਿਰ ਤੁਹਾਡੇ ਤੇ ਕੋਈ ਹੋਰ ਚਾਰजेस ਲੀਡ ਕਰ ਸਕਦੀ ਹੈ ਕੋਰਟ। ਮੈਂ ਚਾਹੁੰਦਾ ਆ ਕਿ ਛੋਟੇ ਜਿਹੇ ਡਿਸਪਿਊਟ ਨੂੰ ਇਨਸੋਲਵ ਕੀਤਾ ਜਾਵੇ। ਸਰ ਇਸ ਤਰ੍ਹਾਂ ਹੈ ਕਿ ਸਾਡੇ ਦੇ ਉੱਪਰ ਜਿਹੜੀ ਐਲੀਗੇਸ਼ਨ ਆਲਰੇਡੀ ਵਿਮਨ ਸੈੱਲ ਔਰ NRI ਥਾਣਾ ਜਿਹੜਾ ਹੈ ਅੰਮ੍ਰਿਤਸਰ ਆਲਰੇਡੀ ਲੱਗ ਚੁੱਕਿਆ। ਅਸੀਂ ਆਪਣਾ ਪੱਖ ਉੱਥੇ ਰੱਖਿਆ ਹੋਇਆ। ਤੁਸੀਂ ਗੱਲ ਨਹੀਂ ਸੁਣਦੇ, ਦੈਟਸ ਡਿਫਰੈਂਟ ਸਟੋਰੀ। ਨਾਓ ਅਸੀਂ ਇਨਵੋਲਵ ਹੋ ਚੁੱਕੇ ਹਾਂ। ਤੁਸੀਂ ਮੇਰੀ ਸੁਣੋ ਗੱਲ। ਨਾਓ ਯੂ ਲਿਸਨ ਟੂ ਮੀ, ਡੋਂਟ ਟੈਲ ਮੀ ਦੈਟ ਆਈ ਸਪੋਜ਼ ਟੂ ਲਿਸਨ ਟੂ ਯੂ। ਯੂ ਲਿਸਨ ਟੂ ਮੀ, ਆਈ ਐਮ ਹੋਸਟਿੰਗ, I am a journalist, please. You can't jump on me. I'm sorry. ਮੇਰਾ ਸੈਸ਼ਨ ਤੁਹਾਨੂੰ ਦੋਨੇ ਫੈਮਿਲੀ ਨੂੰ ਇਹ ਆ ਕਿ ਤੁਸੀਂ ਆਪਸ ਵਿੱਚ ਹੀ ਡਿਸਪਿਊਟ ਜਿਹੜਾ ਆ ਇਹ ਖਤਮ ਕਰੋ। ਸ਼ੀ ਵਿਲ ਬੀ ਵਿਡਰਾ ਦੀ ਮੈਟਰ, ਇਹ ਵਿਡਰਾ ਕਰੇਗੀ ਕੇਸ ਨੂੰ ਔਰ ਅਪੋਲੋਜੀ ਕਰੇਗੀ। ਇਹ what else you need? Okay. I promise you, ਇਹ ਵਿਡਰਾ ਕਰੇਗੀ, ਇਹ ਅਪੋਲੋਜੀ ਕਰੇਗੀ ਆਪ ਜੀ ਤੋਂ। ਜੀ ਕੀ ਇਹ ਰਹਿਣਾ ਚਾਹੁੰਦੀ ਹੈ? हाँ, वेरी गुड क्वेश्चन। वेरी गुड क्वेश्चन। आप गगनप्रीत ਤੁਸੀਂ ਹਲੇ ਬੱਚੇ ਦੀ ਮਾਂ ਨਹੀਂ ਬੇਟਾ, ਤੁਸੀਂ ਸੈਕੰਡ ਸ਼ਾਦੀ ਕਰਾਓਗੇ, ਤੁਸੀਂ ਆਲਰੇਡੀ 34 ਇਅਰ ਦੇ ਹੋ ਗਏ ਹੋ। ਤੁਹਾਨੂੰ ਡਿਵੋਰਸ ਕਰਾ ਦਿਆਂ ਨੂੰ ਤੁਹਾਡੇ 38 ਸਾਲ ਤੁਸੀਂ ਗਾ ਬੱਚਾ ਸਮੇਂ ਸਿਰ ਲੈ ਨਹੀਂ ਸਕਦੇ। ਹਾਊ ਯੂ ਕੈਨ ਲਿਵ ਵਿਦਆਊਟ ਹਸਬੈਂਡ? ਸੋ ਗਗਨ ਜੀ, ਆਈ ਗਿਵ ਯੂ ਚਾਂਸ, ਯੂ ਲੱਕੀ ਗਰਲ, ਯੂ ਗੁੱਡ ਗਰਲ, ਨੋ ਐਨੀ ਇਸ਼ੂ। ਤੁਹਾਡੇ ਵਿੱਚ ਥੋੜਾ ਬੜਾ ਡਿਸਪਿਊਟ ਹੈ। ਸੋ ਜੇ ਤੁਹਾਨੂੰ ਹਸਬੈਂਡ ਕੋ ਹੋਰ ਐਸਾ ਨਕੰਮਾ ਨਖੱਟੂ ਮਿਲ ਗਿਆ, ਫਿਰ ਕੀ ਕਰੋਗੇ ਤੁਸੀਂ? ਹੁਣ ਤੁਸੀਂ ਪੜ੍ਹੇ ਲਿਖੇ ਫੈਮਿਲੀ ਵਿੱਚ ਸ਼ਾਦੀ ਕੀਤੀ ਹੈ, ਇਹ ਜਿਸ ਪਰਿਵਾਰ ਵਿੱਚ ਤੁਸੀਂ ਸ਼ਾਦੀ ਕਰਾਈ ਹੈ, ਇਹ ਪਰਿਵਾਰ ਵੈਰੀ ਵੈਲ ਨੋਨ ਹੈ ਇਲਾਕੇ ਦਾ। ਯੂ ਨੋ ਵੈਰੀ ਵੈਲ। ਯੈਸ ਸਰ, ਯੂ ਸ਼ੁੱਡ ਨੋ ਅਬਾਊਟ ਦਿਸ ਫੈਮਿਲੀ। ਜੇ ਮੈਂ ਸਟੋਰੀ ਨੂੰ ਕਵਰ ਕੀਤਾ, ਮੈਂ ਫਾਈਂਡ ਆਊਟ ਕੀਤਾ। ਸੋ ਤੁਸੀਂ ਅਪੋਲੋਜੀ ਕਰਨ ਨੂੰ ਤਿਆਰ ਹੋ ਆਪਣੇ ਇਨ-ਲॉज ਤੋਂ ਔਰ ਨੋ? ਸਰ ਜਿਸ ਜਗ੍ਹਾ ਮੇਰੀ ਗਲਤੀ ਹੋਏਗੀ ਮੈਂ ਉੱਥੇ ਤਾਂ ਬਿਲਕੁਲ ਐਕਸੈਪਟ ਕਰ ਲਾਂਗੀ। ਗਗਨ ਜ਼ਿੰਦਗੀ ਵਿੱਚ ਕਦੇ ਮੰਨੀ ਦੀਆਂ ਵੀ ਹੁੰਦੀਆਂ ਤੇ ਕਦੇ ਮਨਾਈ ਦੀਆਂ ਵੀ ਆ। ਜਿੱਥੇ ਮਨਾਉਣ ਵਾਲੀ ਗੱਲ ਹੋਗੀ, ਮੈਂ ਕਹੂੰਗਾ ਮੰਨਣਗੇ, ਤੇ ਜਿੱਥੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ, ਦੈਟਸ ਨਾਟ ਫੇਅਰ।
ਮੈਂ ਚਾਹੁੰਦਾ ਕਿ ਤੁਸੀਂ ਆਪਣੀ ਲਾਈਫ ਪੀਸਫੁਲੀ ਰਹੋ। ਫਰੀडम ਆਫ ਸਪੀਚ ਸਟੋਰੀ ਦਾ ਮਕਸਦ ਇਹ ਹੈ ਅਸੀਂ ਲੋਕਾਂ ਨੂੰ ਜੋੜਦੇ ਤੋੜਦੇ ਨਹੀਂ ਹੈ। ਤੁਹਾਡਾ ਕੋਈ ਫਰਾਡ ਇਨਵੋਲਵ ਨਹੀਂ ਹੈ ਇਹਦੇ ਵਿੱਚ, ਪੈਸੇ ਦਾ ਲੈਣ ਦੇਣ ਦਾ ਨਹੀਂ ਹੈ ਕੋਈ ਚੱਕਰ। ਤੁਸੀਂ ਅਰੇਂਜ ਮੈਰਿਜ ਕਰਾਈ ਆ, ਇਹਦੇ ਵਿੱਚ ਕੋਈ ਨਹੀਂ ਕਿ ਤੁਹਾਨੂੰ ਆਇਲਟ ਕਰਾ ਕੇ ਭੇਜਿਆ ਜਾਂ ਉਹਨਾਂ ਨੇ ਪੈਸੇ ਦਿੱਤੇ ਆ ਜਾਂ ਉਹਨਾਂ ਨੇ ਦਿੱਤੇ ਆ, ਇਹਦੇ ਵਿੱਚ ਕੋਈ ਵੀ ਮਨੀ ਇਨਵੋਲਵ ਮੈਟਰ ਨਹੀਂ ਹੈ। ਆਮ ਰਾਈਟ ਸਰ? ਮੈਟਰ ਹੈ ਤੁਹਾਡਾ ਸੁਭਾਅ, ਤੁਹਾਡੀ ਨੇਚਰ, ਤੁਹਾਡੀ ਆਦਤ। ਤੁਸੀਂ ਆਦਤ ਤੋਂ ਮਜਬੂਰ ਹੋ, ਲੰਨ ਤੋਂ ਬਗੈਰ ਰਹਿ ਨਹੀਂ ਸਕਦੇ, ਤੁਸੀਂ ਕਿੰਤੂ ਪਰੰਤੂ ਸਰ ਕਰਦੇ ਮੇਰੇ ਹੋ। ਨਾਲ ਰਹੇ ਬਹੁਤ ਘੱਟ ਹੈਗੇ ਨੇ, ਇਹਨਾਂ ਨੂੰ ਕਿੱਦਾਂ ਪਤਾ ਲੱਗ ਸਕਦਾ ਮੇਰੇ ਨਾਲ ਰਹੇ ਬਿਨਾਂ? ਦੱਸੋ ਤੁਸੀਂ ਉਹਨਾਂ ਦੇ ਮੂੰਹ ਤੇ ਉੱਪਰ ਥੁੱਕਿਆ ਕਿਉਂ? ਵਾਈ ਯੂ ਡੂ ਦੈਟ? ਨੋ ਸਰ, ਨੋ, ਆਈ ਸਵੇਅਰ ਮੈਂ ਨਹੀਂ ਥੁੱਕਿਆ, ਇਹਨਾਂ ਦੇ ਫੇਸ ਤੇ ਨਹੀਂ ਥੁੱਕਿਆ ਸਰ। ਕਿਹਦੇ ਫੇਸ ਤੇ ਥੁੱਕਿਆ ਫਿਰ? ਯੂ ਟੈਲ ਮੀ ਬੇਬੀ, ਯੂ ਟੈਲ ਮੀ। ਫੇਸ ਤੇ ਥੁੱਕਿਆ ਹੀ ਨਹੀਂ, ਹੀ ਐਗਜ਼ੈਗਰੇਟਡ ਸਰ। ਇਹਨਾਂ ਨੇ ਐਗਜ਼ੈਗਰੇਟ ਕੀਤਾ ਇੱਕ ਜੋ ਸਿਚੁਏਸ਼ਨ ਹੈਗੀ ਸੀ ਉਸ ਟਾਈਮ। ਇਹ ਪਵਨ ਦੋ ਬੱਚਿਆਂ ਦਾ, ਪਵਨ ਦੋ ਬੱਚਿਆਂ ਦਾ ਬਾਪ ਹੈ। ਦੇਖੋ ਸਰ, ਉਹ ਉਹਨਾਂ ਦਾ ਬ੍ਰਦਰ ਹੈ ਤੇ ਆਬਵੀਅਸਲੀ ਉਹ ਉਹਨਾਂ ਨੂੰ no he can't do that, no he can't do that। ਇਹ ਜਿੱਥੇ ਇਹਦਾ ਭਰਾ ਗਲਤ ਹੋਊਗਾ ਉੱਥੇ ਉਹ ਵੀ ਗਲਤੀ ਕਰਨਗੇ। ਪਵਨ ਜੀ, ਜਿੱਥੇ ਤੁਹਾਡੇ ਭਰਾ ਦੀ ਗਲਤੀ ਹੈ ਤੁਸੀਂ ਉਹ ਵੀ ਐਡਮਿਟ ਕਰੋ, ਕੋਈ ਉਹਦੀ ਵਿੱਚ ਵੀ ਕੋਈ ਤੁਹਾਡਾ ਭਰਾ ਰੈਡੀ ਹੈ ਜੀ ਇਹਨਾਂ ਦੇ ਨਾਲ ਰਹਿਣ ਨੂੰ? ਸਰ ਮੈਂ ਐਕਚੁਅਲੀ ਇਸ ਤਰ੍ਹਾਂ ਹੈ ਕਿ ਬ੍ਰਦਰ ਨੇ ਇਹਨੂੰ ਇਹ ਤੋਂ ਅਲੱਗ ਹੋਣ ਦਾ ਕਾਰਨ ਇਹ ਸੀ ਐਂਗਰ, ਗੁੱਸੇ ਵਾਲਾ ਮੈਟਰ ਜਿਹੜਾ ਸੀ ਉਹਦੇ ਕਰਕੇ ਸੀ। ਔਰ ਉਹਦੀ ਪ੍ਰੋਬਲਮ ਗੁੱਸੇ ਦੀ ਜਿਹੜੀ ਮੇਨ ਜੜ ਹੈ, ਗਗਨ ਨੂੰ ਪ੍ਰੋਬਲਮ ਮੈਂਟਲ ਇਸ਼ੂਜ਼ ਹੈ ਸਰ, ਇਰੀਟੇਸ਼ਨ ਤੇ ਮੇਨੀਆ ਦੀ ਪ੍ਰੋਬਲਮ ਹੈ ਪੇਸ਼ੈਂਟ ਹੈ। ਵੈਸੇ ਸਮਾਜਿਕ ਤੌਰ ਤੇ ਜੇ ਕੋਈ ਇਹੋ ਜਿਹਾ ਆਪਣੇ ਘਰ ਦੇ ਵਿੱਚ ਵਿਅਕਤੀ ਹੋ ਜੇ ਜਾਂ ਕਿਸੇ ਨਾਲ ਵਾਹ ਵਾਸਤਾ ਪੈ ਜੇ, ਉਹਨੂੰ ਛੱਡ ਕੇ ਨਹੀਂ ਭੱਜੀਦਾ। ਇਹ ਕਾਈਂਡ ਆਫ ਮੇਰੀ ਗੱਲ ਨੂੰ ਪਬਲਿਕ ਅਨਾਉਂਸਮੈਂਟ ਲਿਆ ਜਾਵੇ, ਉਹਨੂੰ ਛੱਡ ਕੇ ਨਹੀਂ ਭੱਜੀਦਾ, ਉਹਦਾ ਸਾਥ ਦੇਈਦਾ। ਜੇ ਕੋਈ ਡਿਪਰੈਸ਼ਨ 'ਚ ਚੱਲ ਜੇ ਜਾਂ ਕੋਈ ਇਰੀਟੇਟ ਹੁੰਦਾ ਹੋਵੇ, ਉਹਦਾ ਟ੍ਰੀਟਮੈਂਟ ਕਰੀਦਾ ਹੁੰਦਾ, ਉਹਨੂੰ ਛੱਡ ਕੇ ਨਹੀਂ ਭੱਜੀਦਾ। ਬਾਕੀ ਤੁਹਾਡਾ ਭਰਾ ਪੜ੍ਹਿਆ ਲਿਖਿਆ ਬਹੁਤ ਆ, PhD ਕਰੀ ਆ ਉਹਨਾਂ ਨੇ, ਉਹ ਮੇਰੇ ਨਾਲ ਵੱਧ ਜਾਣਦੇ ਹੋਣਗੇ। ਵੈਸੇ ਇੱਕ ਸਲਾਹ ਮੇਰੀ ਤਾਂ okay, what we do that ਆਪਣੇ ਪਵਨ ਐਂਡ ਗਗਨ? ਯੈਸ ਸਰ। ਮੈਂ ਕੋਸ਼ਿਸ਼ ਕਰਾਂਗਾ ਪਵਨ ਜੀ ਤੁਹਾਡੇ ਮਾਮ ਡੈਡ ਕਿੱਥੇ ਨੇ? ਮਾਮ ਡੈਡ ਮੇਰੇ ਘਰ ਕਰਨੇ, ਠੀਕ ਹੈ। ਹੁਣ ਇਹ ਤੇ ਮਿਲਿਆਵਾਂਗਾ ਪਵਨ, ਮੈਂ ਤੁਹਾਨੂੰ ਕਾਲ ਕਰਾਂਗਾ। ਹਾਊ ਅਬਾਊਟ ਜੇ ਆਪਾਂ ਇਹਨਾਂ ਦੋਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਫਿਰ ਇਕੱਠੇ ਕਰ ਦਈਏ? ਐਕਚੁਅਲੀ ਤੁਸੀਂ ਤੁਹਾਡੀ ਇੰਟਰਨਲ ਫੀਲਿੰਗ ਕੀ ਹੈ? ਇੰਟਰਨਲ ਫੀਲਿੰਗ ਸਰ ਇਦਾਂ ਹੈ ਕਿ ਸਾਨੂੰ ਗਗਨ ਨਾਲ ਫੈਮਿਲੀ ਇਸ਼ੂਜ਼ ਦਾ ਕੋਈ ਨਹੀਂ ਹੈ, ਇਸ਼ੂਜ਼ ਇਹਨਾਂ ਦੇ ਆਪਸ ਦੇ ਆ, ਸਾਨੂੰ ਕੋਈ ਫੈਮਿਲੀ ਇਸ਼ੂ ਨਹੀਂ। ਆਈ ਅੰਡਰਸਟੈਂਡ, ਬਟ ਤੁਸੀਂ ਨਹੀਂ ਚਾਹੁੰਦੇ ਇੰਟਰਨਲ ਤੌਰ ਤੇ ਇਕੱਠੇ ਰਹਿਣ? ਕਿਉਂਕਿ ਏਜ ਜਿਹੜੀ ਆ 34 ਈਅਰ। ਸਰ ਮੈਂ ਆਪਣੀ ਫੀਲਿੰਗ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਕੋਈ ਇਸ਼ੂ ਨਹੀਂ ਹੈ ਇਹਨਾਂ ਦੇ ਇਕੱਠੇ ਰਹਿਣ ਨਾਲ ਜਾਂ ਅਲੱਗ ਹੋਣ ਨਾਲ, ਕੋਈ ਫਾਇਦਾ ਨਹੀਂ ਹੈ ਮੇਰਾ। ਨਹੀਂ ਤੁਸੀਂ ਗੱਲ ਨਹੀਂ ਸੁਣਦੇ, ਫਾਇਦਾ ਨੁਕਸਾਨ ਦੀ ਗੱਲ ਨਹੀਂ, ਪਰ ਤੁਸੀਂ ਤੁਹਾਡਾ ਐਸਾ ਇੱਕ ਪਵਿੱਤਰ ਰਿਸ਼ਤਾ ਆ, ਤੁਸੀਂ ਜੇਠ ਵੀ ਹੋ ਔਰ ਜੇਠ ਦਾ ਵੱਡਾ ਭਰਾ ਹੁੰਦਾ। ਔਰ ਗਗਨ ਪਵਨ ਦੀ ਵਾਈਫ ਨੇ ਤੁਹਾਡਾ ਰਿਲੇਸ਼ਨ ਕਿਹੋ ਜਿਹਾ ਹੈ? ਸਰ ਬਾਕੀਆਂ ਨਾਲ ਤਾਂ ਰਿਲੇਸ਼ਨਸ਼ਿਪ ਸਰ ਮੇਰੇ ਠੀਕ ਹੀ ਹੈਗੇ ਸੀ, ਮੈਂ ਇਹਨਾਂ ਨਾਲ ਜ਼ਿਆਦਾ ਰਹੀ ਨਹੀਂ ਸਰ। ਓਕੇ ਪਵਨ ਜੀ, ਤੁਹਾਡੀ ਮਦਰ ਦੇ ਨਾਲ ਰਿਲੇਸ਼ਨ ਠੀਕ ਹੈ ਇਹਦਾ, ਤੁਹਾਡੀ ਭਰਜਾਈ ਆਪਣੇ ਗਗਨ ਦਾ? ਹਾਂਜੀ ਠੀਕ ਆ। ਤੁਹਾਡੀ ਮਦਰ ਨਾਲ ਵੀ ਠੀਕ ਹੈ, ਤੁਹਾਡੇ ਫਾਦਰ ਨਾਲ ਵੀ ਠੀਕ ਹੈ, ਤੁਹਾਡੀ ਵਾਈਫ ਨਾਲ ਵੀ ਠੀਕ ਹੈ? ਹਾਂ ਸਰ ਤੁਹਾਡੇ ਨਾਲ ਆ ਤੇ ਤੁਹਾਡੇ ਭਰਾ ਦੇ ਨਾਲ? ਹਾਂ। ਤੁਹਾਡਾ ਭਰਾ ਜਿਹੜਾ ਹੈ ਉਹ ਸ਼ਰਾਬ ਦੀ ਵਰਤੋਂ ਕਰਦਾ? ਨਹੀਂ ਕੁਝ ਨਹੀਂ ਖਾਣਾ ਪੀਣਾ। ਵੈਜ ਹੈ ਨਾਨ ਵੈਜ ਹੈ? ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ, ਨਾਨ ਸਮੋਕਰ, ਨਾਨ ਡਰਿੰਕਰ ਜੀ। ਅਤੇ ਤੁਸੀਂ ਪਵਨ ਜੀ ਬੜੀ ਗੱਲ ਕਲੀਅਰ ਕੀਤੀ ਕਿ ਇਹਨਾਂ ਦੇ ਵੱਖ ਹੋਣ ਦਾ ਕਾਰਨ ਸਿਰਫ ਇਹ ਭੈਣ ਜੀ ਦਾ ਐਂਗਰ ਆ, ਹਨਾ। ਤੇ ਪਰ ਮੈਂ ਵੈਸੇ ਗੱਲ ਕਰਦਾ, ਚਲੋ ਅੱਜ ਮੰਨ ਲੈਨੇ ਇਹਨੂੰ, ਭੈਣ ਜੀ ਨੂੰ ਕਹਿ ਦਿੰਨੇ ਕਿ ਭੈਣ ਜੀ ਵੀ ਤੁਸੀਂ ਉਹ ਤੋਂ ਪਾਸੇ ਹੋ ਜਾਓ, ਉਹਨੂੰ ਛੱਡ ਦਿਓ ਕਿਉਂਕਿ ਤੁਹਾਡੇ 'ਚ ਕਮੀ ਹੈ ਕਿ ਤੁਸੀਂ ਗੁੱਸੇ ਹੁੰਦੇ ਹੋ। ਮੰਨ ਲਓ ਆਪਾਂ ਦਲਵੀਰ ਦਾ ਕੱਲ ਨੂੰ ਕੋਈ ਹੋਰ ਵਿਆਹ ਕਰ ਦਿੰਨੇ ਆ, ਉਹ ਕੁੜੀ ਨੂੰ ਵੀ ਗੁੱਸਾ ਆਉਂਦਾ ਹੋਇਆ, ਉਹਨੂੰ ਵੀ 4-5 ਮਹੀਨੇ ਉਹਦੇ ਨਾਲ ਫਿਜ਼ੀਕਲ ਹੋ ਕੇ ਫਿਰ ਉਹਨੂੰ ਕਹਿ ਦਿਆਂਗੇ ਇਹਨੂੰ ਛੱਡ ਦਿਓ, ਫਿਰ ਤੀਜੀ ਆਜੂ, ਚੌਥੀ ਆਜੂ, 5ਵੀਂ, 6ਵੀਂ ਆਜੂ, ਸਾਰੇ ਜੱਗ ਜਾਣੀਆਂ ਮੁੱਕ ਜਾਣਗੀਆਂ, ਫਿਰ ਦਲਵੀਰ ਜੀ ਦਾ ਵਿਆਹ ਕਰਨਾ ਹੋਊ, ਆਪਾਂ ਆਪਣੇ ਰਿਸ਼ਤੇਦਾਰਾਂ ਨਹੀਂ ਝਾਕਾਂਗੇ, ਫਿਰ ਕੁੜੀਆਂ ਕਿੱਥੋਂ ਲਿਆਵਾਂਗੇ? ਦੈਟਸ ਨਾਟ ਗੁੱਡ। ਇਹ ਤੁਹਾਡਾ ਕੋਈ ਵੈਲਿਡ ਪੁਆਇੰਟ ਨਹੀਂ। ਮੈਂ ਮੇਰੀ ਗੱਲ ਨੂੰ ਪਲੀਜ਼ ਟਰਾਈ ਟੂ ਲਿਸਨ ਟੂ ਮੀ। ਸੋ ਇਹ ਕੋਈ ਵੈਲਿਡ ਪੁਆਇੰਟ ਨਹੀਂ ਹੈਗਾ। ਗੁੱਸਾ ਨਾ ਜਿਹੜਾ ਇਹ ਠੀਕ ਹੋ ਸਕਦਾ। ਮੈਂ ਇਹੋ ਜੀ PhD ਦੇ ਸਰਟੀਫਿਕੇਟ ਦੇਖਣਾ ਚਾਹੂੰਗਾ ਕਿ ਕਿਹੜੀ PhD ਹੈ ਜਿਹਦੇ ਵਿੱਚ ਇੰਨਾ ਵੀ ਨਹੀਂ ਸਮਝਾਇਆ ਜਾਂਦਾ ਕਿ ਹਿਊਮਨ ਬਿਹੇਵੀਅਰ ਨੂੰ ਕਿੱਦਾਂ ਹੈਂਡਲ ਕਰਨਾ। ਸੋ ਬਸ ਟਰਾਈ ਕਰਾਂਗੇ ਕਿ ਕੱਲ ਨੂੰ ਦਲਬੀਰ ਨੂੰ ਲਾਈਨ ਤੇ ਲਿਆਂਦਾ ਜਾਵੇ ਕਿਉਂਕਿ ਇਹ ਕੁੜੀ ਦਾ ਜੇਠ ਆ, ਇਹਦੇ ਕੋਲ ਕੋਈ ਹੱਕ ਨਹੀਂ ਇਹਦੇ ਬੜੀ ਫੈਸਲਾ ਕਰਨ ਦਾ। ਇਹ ਬੜੇ ਆਰਾਮ ਨਾਲ ਕਹਿ ਰਿਹਾ ਤੁਹਾਡੀ ਸਿਸਟਰ ਨੂੰ, ਤੁਹਾਡੀ ਪਤਨੀ ਨੂੰ ਇਹ ਹੋ ਜਾਂਦਾ ਤੁਸੀਂ ਲੋਕਾਂ ਦੀਆਂ ਕੁੜੀਆਂ ਛੱਡਦੇ ਫਿਰੋਗੇ। This is not good.
ਇੱਕ ਬੰਦੇ ਹੋਣ ਦਾ ਪੂਰਾ ਪਤਾ ਅਸਲੀ ਹੀ। ਬੰਦਾ ਹੋਣ ਦਾ ਅਸਲੀ ਜਿਹੜਾ ਮੰਤਵ ਜਾਂ ਇੱਕ ਬੰਦੇ ਦੇ ਰੂਪ ਦੇ ਵਿੱਚ ਜ਼ਿੰਦਗੀ ਜਿਉਣ ਦਾ ਇਹ ਕੋਈ ਟੀਚਾ ਨਹੀਂ ਹੁੰਦਾ ਜਿਸ ਤਰ੍ਹਾਂ ਦੀ ਤੁਸੀਂ ਜ਼ਿੰਦਗੀ ਜਿਉ ਰਹੇ ਹੋ। ਸੋ ਮੈਨੂੰ ਲੱਗਦਾ ਤੁਹਾਡੇ ਖਿਆਲਾਤ ਨੂੰ ਥੋੜਾ ਜਿਹਾ ਅਪਡੇਟ ਕਰਨ ਦੀ ਲੋੜ ਹੈ। ਬਸ ਅਬ ਕੱਲ ਨੂੰ ਕੰਟੀਨਿਊ ਕਰਾਂਗੇ। ਦਲਵੀਰ ਜੀ ਨੂੰ ਪਲੀਜ਼ ਰਿਕੁਐਸਟ ਕਰਿਓ, ਅਸੀਂ ਵੀ ਸਾਡੇ ਪਲੇਟਫਾਰਮ ਤੋਂ ਕਹਿੰਦੇ ਆ ਕਿ ਕੱਲ ਨੂੰ ਤੁਸੀਂ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰੋ ਕਿਉਂਕਿ ਉਹ ਮਿਸਿਸਾਗਾ ਦੇ ਵਿੱਚ ਹੀ ਰਹਿੰਦੇ ਨੇ ਜੀ। ਗਗਨ, ਤੁਸੀਂ ਜੀ ਸਰ। ਚਾਹੁੰਦੇ ਹੋ ਕਿ ਤੁਹਾਡੇ ਹਸਬੰਡ ਨੂੰ ਅਸੀਂ ਦੁਬਾਰਾ ਤੁਹਾਡੇ ਕੋਲ ਪਹੁੰਚਾ ਦਈਏ? 100% ਤੁਸੀਂ ਟੈਲੀਮੀਟਰੂ ਤੁਸੀਂ ਮੰਨਦੇ ਹੋ ਕਿ ਤੁਸੀਂ ਆਪਣੇ ਸੁਭਾਅ ਵਿੱਚ ਪਰਿਵਰਤਨ ਲਿਆਓਗੇ? ਜੀ ਸਰ, ਉਹ ਤਾਂ ਮੈਂ ਤਾਂ ਬਿਲਕੁਲ ਠੀਕ ਠਾਕ ਹੈਗੀ ਆ ਸਰ। ਡਸਨਟ ਮੈਟਰ, ਠੀਕ ਹੋ ਜਾਨੀ। ਜੋ ਮੈਂ ਪੁੱਛ ਰਿਹਾ ਜੈਸ ਔਰ ਨੋ, ਤੁਸੀਂ ਆਪਣੇ ਵਿੱਚ Yes, sir. ਪਰਿਵਰਤਨ ਲਿਆਓਗੇ ਤਾਂ ਸਾਡੇ ਕਹੇ ਤੁਸੀਂ ਅਪੋਲੋਜੀ ਕਰੋਗੇ। ਡਸਨਟ ਮੈਟਰ ਤੁਹਾਡੀ ਗਲਤੀ ਜਾਂ ਨਹੀਂ ਗਲਤੀ, ਘਰ ਬਸਾਉਣ ਦੇ ਵਾਸਤੇ। ਤੁਹਾਡੀ ਗੱਲ ਮੈਂ ਮੰਨ ਲਾਂਗੀ। ਥੈਂਕ ਯੂ ਸੋ ਮਚ, ਆਈ ਲਵ ਯੂ, ਗਿਵ ਮੀ ਹਗ, ਆਈ ਹਗ ਯੂ, ਓਕੇ? Yes, sir. ਯੂ ਆਰ ਗ੍ਰੇਟ ਗਰਲ, ਯੂ ਆਰ ਵੈਰੀ ਗ੍ਰੇਟ ਗਰਲ, ਆਈ ਰਿਸਪੈਕਟ ਯੂ। ਪਵਨ, Thank you. ਮੇਰੇ ਮੈਸੇਜ ਤੁਸੀਂ ਇੱਕ ਲੈ ਕੇ ਜਾਓ। ਜੀ। ਫੋਨ ਬੰਦ ਕਰਨ ਤੋਂ ਪਹਿਲਾਂ ਆਪਣੇ ਬ੍ਰਦਰ ਨੂੰ, ਆਪਣੇ ਮੰਮੀ ਡੈਡੀ ਨੂੰ ਤੁਸੀਂ ਕੁਝ ਘੰਟੇ ਦੇ ਵਿੱਚ ਸਲਾਹ ਕਰਨੀ ਆ ਕਿ ਆਪਾਂ ਇਕੱਠੇ ਹੋਈਏ। ਔਰ ਮੈਂ ਤੁਹਾਡਾ ਵਾਅਦਾ ਕਰਤਾ ਜਿਹੜੇ ਇਹਨਾਂ ਨੇ ਤੁਹਾਡੇ ਤੇ ਕੇਸ ਜਿਹੜੇ ਨੇ ਰਜਿਸਟਰ ਕਰਾਏ ਨੇ ਉਹ ਵੀ ਡਰਾ ਹੋਣਗੇ। ਅਤੇ ਇਹ ਗਗਨਦੀਪ ਇੰਨੀ ਲੜਕੀ ਸਿਆਣੀ ਹੈ ਔਰ ਮੈਨੂੰ ਜੋ ਕੁਛ ਵੀ ਵਾਅਦਾ ਕੀਤਾ ਪੂਰਾ ਕਰੇਗੀ ਤੇ ਇਹ ਅਪੋਲੋਜੀ ਕਰੇਗੀ। ਅਪੋਲੋਜੀ ਕੋਈ ਬਗਾਨੇ ਤੋਂ ਨਹੀਂ ਕਰਨਾ, ਇਹਨੇ ਅਪੋਲੋਜੀ ਆਪਣੇ ਮਾਪੇ ਤੋਂ ਕਰਨਾ ਤੇ ਇੱਕ ਜੇਠ ਆ ਭਰਾ ਤੋਂ ਕਰਨਾ ਤੇ ਆਪਣੇ ਪਤੀ ਪਰਮੇਸ਼ਰ ਤੋਂ ਕਰਨਾ। ਪਤੀ ਪਰਮੇਸ਼ਰ ਜਿਹੜਾ ਆ ਉਹਦੇ ਕੋਲ ਬਹੁਤ ਸਾਰੇ ਦੇਖੇ ਜਾਵੇ ਕਿ ਪਿਆਰ ਮੁਹੱਬਤ ਦੇ ਵਿੱਚ ਇਹ ਭਿੱਜੇ ਹੁੰਦੇ ਨੇ ਪਤੀ ਪਤਨੀ। ਤਾਂ ਕੋਈ ਮਾੜੀ ਨਹੀਂ, ਕਦੇ ਮੰਨੋ ਤੇ ਮਨਾਓ ਅਤੇ ਦੋਨੇ ਜਾਣੇ ਜੇ ਰੁੱਸ ਗਏ ਆ ਤੁਸੀਂ ਤਾਂ ਆਪਣੀ ਜ਼ਿੰਦਗੀ ਦਾ ਫੈਸਲਾ ਜਿਹੜਾ ਆ ਤੁਹਾਡਾ ਛੋਟਾ ਮੋਟਾ ਜਿਹੜਾ ਆ ਬਹੁਤ ਜਲਦੀ ਅਸੀਂ ਸੋਲਵ ਕਰਾਉਣ ਦੀ ਕੋਸ਼ਿਸ਼ ਕਰਦੇ ਸੀ। ਰੁੱਸੇ ਲੋਕਾਂ ਨੂੰ ਮਨਾਉਂਦੇ ਆ, ਇੱਥੇ ਪਵਾੜੇ ਨਹੀਂ ਅਸੀਂ ਪਾਉਂਦੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਜੀ। ਇਕੱਠੇ ਕੀਤੇ ਜਾਵੇ, ਤੁਹਾਡੇ ਦੋਵੇਂ ਪਰਿਵਾਰਾਂ ਨੂੰ। ਦੋਨੇ ਪਰਿਵਾਰ ਤੁਸੀਂ ਵੈਲ ਸੈਟਲ ਹੋ, ਦੋਨੇ ਪਰਿਵਾਰ ਤੁਸੀਂ ਰਿਸਪੈਕਟਡ ਹੋ। ਯਾਰ ਕਮਾਲ ਦੀ ਗੱਲ ਹੈ ਪਵਨ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੋਸ਼ਿਸ਼ ਕਰੂੰਗਾ। ਤੁਸੀਂ ਸਮਾਂ ਕਿ ਕਹੋ ਨਹੀਂ ਮੈਂ ਬਸ ਜੀ ਫॉर श्योर ਆਪਣੇ ਭਰਾ ਨੂੰ ਮਨਾਉਂਗਾ ਕਿ ਆਪਣੀ ਜ਼ਿੰਦਗੀ ਜਿਹੜੀ ਆਪਣੀ ਵਾਈਫ ਨਾਲ ਗੁਜ਼ਾਰ, ਜਿਹਨੇ ਤੈਨੂੰ ਇਸ ਦੇਸ਼ ਵਿੱਚ ਮੰਗਾਇਆ ਆ ਉਹਦਾ ਸਾਥ ਦੇ। ਜੇ ਗੱਲ ਕੋਈ ਹੋ ਵੀ ਗਈ ਹੈ ਤਾਂ ਉਹਨੂੰ ਭੁੱਲ ਜਾਓ। ਮੈਨੂੰ ਤੁਸੀਂ ਵਾਅਦਾ ਕਰੋ ਕਿ ਇਹ ਗੱਲਾਂ ਤੁਸੀਂ ਜ਼ਰੂਰ ਆਪਣੇ ਭਰਾ ਨਾਲ ਕੁਝ ਸਮਾਂ ਬਿਤਾਓਗੇ, ਆਪਣੀ ਮੰਮੀ ਡੈਡੀ ਨਾਲ ਗੱਲ ਕਰੋਗੇ, ਆਪਾਂ ਇਹਨੂੰ ਸੋਲਵ ਕਰਨਾ ਹੈ। ਮੈਂ ਅੱਗੇ ਲੈ ਰਿਹਾ, ਮਿਹਰਬਾਨੀ। ਗਗਨ ਜੀ ਸਰ। ਪਵਨ ਜੀ ਅੱਗੇ ਲੈ ਰਿਹਾ ਆਪ ਜੀ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਕੱਲ ਅਸੀਂ ਸਟੋਰੀ ਕਵਰ ਕਰਾਂਗੇ।